जिसके सिरे उबार तू स्वामी, जिसके सिरे उबार तू स्वामी, सब दुख कैसा पावे, सब दुख कैसा पावे, सब दुख कैसा पावे। हिंदुस्तान ਪਹਿਲਾਂ ਤੋਂ ਹੀ ਧਾਰਮਿਕ ਵਿਚਾਰਾਂ ਦਾ ਰਿਹਾ ਹੈ। ਆਤਮਾ ਦੀ ਸ਼ੁਰੂ ਤੋਂ ਹੀ ਪਰਮਾਤਮਾ ਦੀ ਤਰਫ ਝੁਕਾਅ ਰਿਹਾ ਹੈ ਔਰ ਆਮ ਤੌਰ ਦੇ ਉੱਤੇ ਪਿੰਡਾਂ ਦੇ ਅੰਦਰ, ਹਰ ਪਿੰਡ ਦੇ ਅੰਦਰ, ਚਾਹੇ ਕੋਈ ਕਿਸੇ ਜਾਤੀ ਦਾ ਹੈ, ਆਪੋ ਆਪਣੇ ਸ਼ਰਧਾ ਮੁਤਾਬਕ ਧਾਰਮਿਕ ਸਥਾਨ ਬਣਾਏ ਹੈ, ਜਿਨ੍ਹਾਂ ਦੇ ਵਿੱਚ ਹਰ ਰੋਜ਼ ਉਹ ਲੋਕ ਧਾਰਮਿਕ ਰਹੁ ਰੀਤਾਂ ਕਰਦੇ ਹੈ। ਔਰ ਕੋਈ ਵਕਤ ਸੀ ਜਿਨ੍ਹਾਂ ਆਤਮਾ ਨੂੰ ਪਰਮਾਤਮਾ ਨੇ ਆਪਣੇ ਚਰਨਾਂ ਵਿੱਚ ਜਗ੍ਹਾ ਦੇਣੀ ਸੀ। ਆਮ ਤੌਰ ਦੇ ਉੱਤੇ ਉਹਨਾਂ ਦਾ ਜਨਮ ਹਿੰਦੁਸਤਾਨ ਦੇ ਅੰਦਰ ਹੀ ਦਿੱਤਾ ਜਾਂਦਾ ਸੀਗਾ ਔਰ ਥੋੜੇ ਜਿਹੇ ਇਸ਼ਾਰੇ ਨਾਲ ਹੀ ਆਤਮਾ ਪਰਮਾਤਮਾ ਦੀ ਭਗਤੀ ਵਿੱਚ ਲੱਗ ਜਾਂਦੀਆਂ ਸਨ। ਜਿਸ ਤਰ੍ਹਾਂ ਹਿੰਦੁਸਤਾਨ ਦੇ ਉੱਤੇ ਪੱਛਮ ਦਾ ਪ੍ਰਭਾਵ ਬਣਦਾ ਆਇਆ, ਹੁਣ ਤਾਂ ਕਾਫੀ ਹੈ ਔਰ ਅਜੇ ਵੀ ਧਾਰਮਿਕ ਵਿਚਾਰਾਂ ਦੇ ਲੋਕ ਤੁਹਾਨੂੰ ਜ਼ਿਆਦਾ ਮਿਲਣਗੇ ਔਰ ਪੱਛਮ ਦੇ ਅੰਦਰ ਵੀ ਬਹੁਤ ਆਤਮਾ ਜਾਗ ਚੁੱਕੀਆਂ ਹੈ। ਇਹ ਵੀ ਇੱਕ ਪ੍ਰਭੂ ਦੀ ਦਇਆ ਹੈ ਕਿ ਪ੍ਰਭੂ ਭਗਤੀ ਦੀ ਤਰਫ ਪੱਛਮ ਨੂੰ ਵੀ ਜਾਗਰਤ ਆਈ ਹੈ, ਕਿਉਂਕਿ ਸੰਗਤ ਦਾ ਅਸਰ ਬੜੀ ਜਲਦੀ ਹੀ ਸੋਭਤ ਦਾ ਅਸਰ ਸਾਡਾ ਮਨ ਗ੍ਰਹਿਣ ਕਰਦਾ ਹੈ। ਜੋ ਵੀ ਇਸ ਜਗ੍ਹਾ ਆਤਮਾ ਪੈਦਾ ਹੁੰਦੀ ਸੀ, ਹਰ ਇੱਕ ਨੂੰ ਸ਼ੁਰੂ ਤੋਂ ਹੀ ਅੱਛੇ ਵਿਚਾਰ ਮਿਲਣੇ, ਅੱਛੀਆਂ ਮਹਾਤਮਾ ਦੀ ਸਤਸੰਗ ਮਿਲ ਜਾਣੀ। ਇਸੇ ਵਾਸਤੇ ਹੀ ਇਹਨਾਂ ਲੋਕਾਂ ਦਾ, ਇਹਨਾਂ ਆਤਮਾ ਦਾ ਪਰਮਾਤਮਾ ਦੀ ਤਰਫ ਝੁਕਾਅ ਰਿਹਾ ਔਰ ਇਸੇ ਕਰਕੇ ਇਸ ਨੂੰ ਰਿਸ਼ੀਆਂ ਮੁਨੀਆਂ ਦਾ ਦੇਸ਼ ਕਿਹਾ ਗਿਆ, ਕਿਉਂਕਿ ਲੋਕ ਤਪ, ਅਭਿਆਸ, ਸੁਰਤ, ਸ਼ਬਦ ਜੋਗ ਅਪਣਾ ਕੇ ਬੜੇ ਖੁਸ਼ ਸੀ ਔਰ ਵੱਧ ਤੋਂ ਵੱਧ ਭਗਤੀ ਭਾਵ ਵਿੱਚ ਲੱਗੇ ਰਹਿੰਦੇ ਸਨ। ਕਿਉਂਕਿ ਭਾਗਵਤ ਦੇ ਵਿੱਚ ਆਉਂਦਾ ਹੈ, ਨਾ ਜਪਨਾ, ਨਾ ਤਪਨਾ, ਨਾ ਪੂਜਾ, ਨਾ ਪਾਠ ਨਾਲ ਪਰਮਾਤਮਾ ਨੂੰ ਪਾ ਸਕਦਾ ਹੈ। ਕ੍ਰਿਸ਼ਨ ਭਗਵਾਨ ਨੇ ਕਿਹਾ ਸੀ, ਜਿੰਨਾ ਜਲਦੀ ਮੈਨੂੰ ਸਤਸੰਗ ਦੇ ਜ਼ਰੀਏ ਪਾ ਸਕਦਾ ਹੈ। ਔਰ ਇੱਕ ਦਫਾ ਨਾਰਦ ਮੁਨੀ ਔਰ ਸੁਖਦੇਵ ਮੁਨੀ ਔਰ ਨਾਰਦ ਦੇ ਵਿੱਚ ਬਹਿਸ ਮੁਬਾਸਾ ਹੋਇਆ। ਸੁਖਦੇਵ ਮੁਨੀ ਸਤਸੰਗ ਦੀ ਮਹਿਮਾ ਨੂੰ ਜਾਣਦਾ ਸੀ, ਕਿਉਂਕਿ ਉਸ ਨੂੰ ਤਜਰਬਾ ਜ਼ਿੰਦਗੀ ਦੇ ਵਿੱਚ ਹੋ ਚੁੱਕਿਆ ਸੀਗਾ। ਉਸ ਦੀ ਜ਼ਿੰਦਗੀ ਨੂੰ ਵੀ ਪਲਟਾ ਦੇਣ ਵਾਲਾ ਰਾਜਾ ਜਨਕ ਹੀ ਸੀਗਾ ਔਰ ਨਾਰਦ ਨੇ 60,000 ਬਰਸ ਤਪ ਕੀਤਾ ਸੀਗਾ। ਉਹਨੂੰ ਇਹ ਹੰਕਾਰ ਸੀ ਕਿ ਮੇਰੇ ਜਿੰਨਾ ਕਿਸ ਨੇ ਤਪ ਕੀਤਾ ਹੈ। ਉਹ ਵਿਸ਼ਨੂੰ ਭਗਵਾਨ ਦੇ ਕੋਲੇ ਗਏ, ਕਹਿਣ ਲੱਗੇ ਕਿ ਸਾਡਾ ਨਿਆਂ ਕਰੋ, ਸਤਸੰਗ ਦੀ ਮਹਿਮਾ ਉੱਚੀ ਹੈ ਜਾਂ ਤਪ ਦੀ ਮਹਿਮਾ ਉੱਚੀ ਹੈ। ਉਹਨਾਂ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਦਾ ਨਿਆਂ ਅੱਛੇ ਤਰੀਕੇ ਨਾਲ ਹੋਵੇ, ਜਿਹੜਾ ਕਿ ਇਹਨਾਂ ਦੀ ਸਮਝ ਦੇ ਵਿੱਚ ਬੜਾ ਜਲਦੀ ਬੈਠੇ। ਉਹਨਾਂ ਨੇ ਸ਼ੇਸ਼ ਨਾਗ ਦੇ ਪਾਸ ਭੇਜ ਦਿੱਤਾ ਔਰ ਉਸ ਨੂੰ ਜਾ ਕੇ ਆਪਦਾ ਸਵਾਲ ਕੀਤਾ। ਉਹ ਕਹਿਣ ਲੱਗਿਆ ਕਿ ਮੇਰੇ ਸਿਰ ਦੇ ਉੱਪਰ ਧਰਤੀ ਦਾ ਵਜਨ ਹੈ, ਦੁਨੀਆ ਦਾ ਵਜਨ ਹੈ। ਤੁਸੀਂ ਐਸੇ ਕਰੋ ਕਿ ਧਰਤੀ ਨੂੰ ਅਗਰ ਆਪਣੇ ਸਹਾਰੇ ਖੜੀ ਕਰ ਲਓ ਤਾਂ ਮੈਂ ਤੁਹਾਡਾ ਨਿਆਂ ਬੜਾ ਆਸਾਨੀ ਨਾਲ ਕਰ ਸਕਦਾ ਹਾਂ। ਨਾਰਦ ਨੇ ਇੱਕ ਘੜੀ ਤੋਂ ਲੈ ਕੇ 60,000 ਬਰਸ ਦਾ ਤਪ ਲਾ ਦਿੱਤਾ
लेकिन धरती जैसी सी वैसी ही रही। ਉਹ ਸ਼ੇਸ਼ਨਾਗ ਨਿਆਂ ਵਾਸਤੇ ਆਜ਼ਾਦ ਨਾ ਹੋਇਆ। ਸੁਖਦੇਵ ਮੁਨੀ ਨੇ ਕਿਹਾ, ਮੈਂ ਇੱਕ ਘੜੀ ਸੰਗਤ ਦੀ ਸੋਭਤ ਦਿੰਨਾ ਹੈ। ਸ਼ੇਸ਼ਨਾਗ ਆਜ਼ਾਦ ਹੋ ਗਿਆ। ਉਹ ਪੁੱਛਣ ਲੱਗੇ, ਨਾਰਦ ਪੁੱਛਦਾ ਹੈ ਕਿ ਤੂੰ ਸਾਡਾ ਨਿਆਂ ਨਹੀਂ ਕਰਦਾ, ਅਸੀਂ ਬੜੀ ਦੂਰੋਂ ਚੱਲ ਕੇ ਆਏ ਹਾਂ, ਹੋਰ ਵੀ ਬਹੁਤ ਸਾਰੇ ਰਿਖੀਆਂ ਮੁਨੀਆਂ ਕੋਲੇ, ਤਪੀਆਂ ਕੋਲੇ, ਜਪੀਆਂ ਕੋਲੇ ਜਾ ਕੇ ਆਏ हैं। ਉਹ ਕਹਿਣ ਲੱਗਿਆ, ਤੁਹਾਡਾ ਨਿਆਂ ਤਾਂ ਹੋ ਗਿਆ, ਪਰ ਤੁਹਾਡੀ ਸਮਝ ਵਿੱਚ ਨਹੀਂ ਆਇਆ। ਦੇਖ ਬਈ, ਤੂੰ 60,000 ਬਰਸ ਦਾ ਤਪ ਦਾਨ ਕਰ ਦਿੱਤਾ, ਲੇਕਿਨ ਮੈਂ ਆਜ਼ਾਦ ਨਾ ਹੋਇਆ, ਵਜਨ ਤੋਂ ਖਾਲੀ ਨਾ ਹੋਇਆ। ਇਸ ਸੁਖਦੇਵ ਮੁਨੀ ਦੀ ਇੱਕ ਘੜੀ ਦੀ ਸੰਗਤ ਕਰਕੇ ਮੈਂ ਆਜ਼ਾਦ ਹੋ ਗਿਆ ਹਾਂ। ਤੁਸੀਂ ਸੋਚ ਕੇ ਦੇਖ ਲਓ ਹੁਣ ਕਿਹੜੀ ਚੀਜ਼ ਭਾਰੀ ਹੈ, ਕਿ ਸਤਸੰਗ ਦੀ ਮਹਿਮਾ ਭਾਰੀ ਹੈ ਜਾਂ ਤੁਹਾਡੇ ਤਪ ਦੀ ਮਹਿਮਾ ਭਾਰੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਕਿ ਸਾਡਾ ਮਨ ਵਿਸ਼ੇ ਵਿਕਾਰਾਂ ਦੇ ਅੰਦਰ ਸੁੱਕ ਜਾਂਦਾ ਹੈ, ਸ਼ਰਾਬਾਂ ਕਬਾਬਾਂ ਦੀਆਂ ਲੱਜਤਾਂ ਲੈ ਕੇ ਖੁਸ਼ਕ ਹੋ ਜਾਂਦਾ ਹੈ। ਕਹਿੰਦੇ ਮੈਂ ਤੁਹਾਨੂੰ ਕੀ ਦੱਸਾਂ, ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਿਮਾ ਬਿਆਨ ਨਹੀਂ ਕੀਤੀ ਜਾਂਦੀ, ਜਿਨ੍ਹਾਂ ਦੀ ਸੋਬਤ ਦੇ ਵਿੱਚ ਆ ਕੇ ਸਾਡਾ ਸੁੱਕਾ ਮਨ ਫੇਰ ਹਰਾ ਹੋ ਗਿਆ। ਆਪ ਉਸ ਪਰਮਾਤਮਾ ਦਾ ਧੰਨਵਾਦ ਕਰਦੇ ਹੈ ਕਿ ਮੈਨੂੰ ਦਇਆ ਕਰਕੇ ਤੈਂ ਉਸ ਮਹਾਨ ਸੰਤ ਸਤਿਗੁਰੂ ਦੀ, ਰਾਮਦਾਸ ਦੀ ਸੰਗਤ ਦਿੱਤੀ। ਆਪ ਕਹਿੰਦੇ ਆ, ਮਹਿਮਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸਾਨੂੰ ਇਤਿਹਾਸ ਦੱਸਦੇ ਹੈ ਹਰ ਸੰਤਾਂ ਦਾ ਜਾਤੀ ਤਜਰਬਾ ਹੁੰਦਾ ਹੈ ਕਿ ਬੜੇ ਬੜੇ ਰਾਖਸ਼ ਬੁੱਧੀ ਵਾਲੇ ਲੋਕ ਮਹਾਤਮਾ ਦੀ ਸੰਗਤ ਦੇ ਵਿੱਚ ਆ ਕੇ ਮਹਾਤਮਾ ਬਣ ਜਾਂਦੇ ਹੈ। ਸਾਡਾ ਭੁੱਲੜ ਮਨ ਜਦ ਵੀ ਪਲਟਾ ਖਾਂਦਾ ਹੈ, ਕਿਸੇ ਨਾ ਕਿਸੇ ਮਹਾਤਮਾ ਦੀ ਸੰਗਤ ਔਰ ਸੁਭਤ ਦੇ ਵਿੱਚ ਹੀ ਆ ਕੇ ਖਾਂਦਾ ਹੈ। ਤੋ ਇਸ ਵਾਸਤੇ ਇਹ ਧਰਮ ਵਿਚਾਰਾਂ ਦੇ ਹੋਣ ਕਰਕੇ ਆਮ ਤੌਰ ਤੇ ਮਹਾਤਮਾ ਲੋਕ ਜੋ ਕੁਛ ਉਹਨਾਂ ਨੇ ਸਾਨੂੰ ਸਮਝਾਇਆ ਸੀ, ਅਸੀਂ ਅੰਦਰੋਂ ਸ਼ਬਦ ਨਾਮ ਦੀ ਕਮਾਈ ਨੂੰ ਛੱਡ ਕੇ ਉਹਨਾਂ ਦਾ ਜੋ ਕੁਝ ਸਮਝਾਇਆ ਸੀਗਾ ਸਾਨੂੰ ਉਹਦਾ ਰੀਤੀ ਰਿਵਾਜ ਬਣਾ ਕੇ ਬੈਠ ਗਏ। ਉਹਨਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਸਿਹਤ ਨੂੰ ਠੀਕ ਰੱਖਣ ਵਾਸਤੇ, ਸਿਹਤ ਸਫਾਈ ਵਾਸਤੇ ਇਸ਼ਨਾਨ ਕਰਨਾ, ਨਹਾਉਣਾ ਜ਼ਰੂਰੀ ਹੈ। ਲੇਕਿਨ ਅਸੀਂ ਆਮ ਤੌਰ ਦੇ ਉੱਤੇ ਹਿੰਦੂ ਲੋਕ, ਖਾਸ ਕਰਕੇ ਪੰਡਤ ਔਰ ਬ੍ਰਾਹਮਣ ਲੋਕਾਂ ਨੇ ਇਸ ਨੂੰ ਮੁਕਤੀ ਦਾ ਸਾਧਨ ਹੀ ਬਣਾ ਲਿਆ ਔਰ ਮੁਕਤੀ ਹੀ ਸਮਝ ਲਈ। ਔਰ ਦੂਸਰੇ ਨਾਲ ਈਰਖਾ ਦਾ ਕਾਰਨ ਵੀ ਇਹ ਕਰਮਕਾਂਡ ਹੀ ਬਣਦੇ ਹਨ, ਕਿਉਂਕਿ ਰੀਤੀ ਰਿਵਾਜ ਇੱਕ ਦੂਸਰੇ ਨਾਲ ਨਾ ਮਿਲਣੇ ਕਰਕੇ ਹਰ ਵਿਅਕਤੀ ਇਹ ਕਹਿੰਦਾ ਹੈ ਕਿ ਸਾਡਾ ਜੋ ਸਾਧਨ ਹੈ, ਤਰੀਕਾ ਹੈ ਕਰਮਕਾਂਡ ਦਾ, ਇਹੀ ਅੱਛਾ ਹੈ, ਬਾਕੀ ਠੀਕ ਨਹੀਂ। ਦੋ ਆਦਮੀ 3-4 ਮਹੀਨੇ ਹੋ ਗਏ ਇੱਥੇ ਆਸ਼ਰਮ ਦੇ ਵਿੱਚ ਆਏ। ਕੁਛ ਮਹਾਰਾਜ ਦੀਆਂ ਲੇਖਨੀਆਂ, ਕੁਛ ਗੁਰੂ ਨਾਨਕ ਦੀਆਂ ਲੇਖਨੀਆਂ ਦੇ ਵਿੱਚੋਂ ਉਹਨੇ ਸਵਾਲ ਬਣਾਏ ਔਰ ਸਵਾਲ ਇਤਨੇ ਕਿ ਅਗਰ ਕੋਈ ਆਦਮੀ ਉਹਨਾਂ ਨੂੰ ਪੜ੍ਹੇ ਵੀ ਤਾਂ 3-4 ਦਿਨ ਉਹਦੇ ਲੱਗਦੇ ਹੈ। ਉਹਨਾਂ ਨੇ ਟਾਈਮ ਮੰਗਿਆ, ਮੈਂ ਉਹਨਾਂ ਨੂੰ ਟਾਈਮ ਦੇ ਦਿੱਤਾ। ਅੱਛੇ ਦੇਖਣੇ ਦੇ ਵਿੱਚ ਸ਼ਰੀਫ ਆਦਮੀ ਲੱਗਦੇ ਸਨ। ਜਦ ਉਹਨਾਂ ਨੇ ਆਪਦਾ ਉਹ ਕਿੱਸਾ ਕਹਾਣੀ ਮੇਰੇ ਅੱਗੇ ਰੱਖੀ ਔਰ ਨਾਲ ਇਹ ਵੀ ਕਹਿ ਦਿੱਤਾ ਕਿ ਅਸੀਂ ਪੂਰੇ ਹਾਂ, ਅਸੀਂ ਅੰਦਰ ਜਾਂਦੇ ਹਾਂ, ਮੈਂ ਉਹਨਾਂ ਨੂੰ ਬੜੇ ਹੀ ਠੰਡੇ ਮਨ ਦੇ ਨਾਲ ਕਿਹਾ ਕਿ ਮੈਂ ਆਪਦੀ ਜ਼ਿੰਦਗੀ 'ਚ ਕਦੇ ਵੀ ਕਿਸੇ ਨਾਲ ਜਿੱਦ ਕੇ ਖੁਸ਼ ਨਹੀਂ ਹੋਇਆ, ਪਰ ਤੁਹਾਡੇ ਸਵਾਲ ਦਾ ਇਹ ਗ੍ਰੰਥ ਦਾ ਤੁਸੀਂ ਜਾ ਕੇ ਬਾਝ ਲਿਓ। ਮੈਂ ਇੱਕੋ ਹੀ ਜਵਾਬ ਦਿੰਦਾ ਹਾਂ, ਅਗਰ ਤੁਸੀਂ ਪੂਰੇ ਹੋ, ਅੰਦਰ ਜਾਂਦੇ ਹੋ, ਤੇ ਤੁਹਾਨੂੰ ਕਿਸੇ ਨਾਲ ਝਗੜਾ ਕਰਨ ਦੀ ਕੀ ਜ਼ਰੂਰਤ ਹੈ। ਤੁਸੀਂ ਆਪਣੇ ਘਰੇ ਆਰਾਮ ਨਾਲ ਬੈਠੋ, ਬਲਕਿ ਲੋਕ ਇੱਜ਼ਤ ਨਾਲ ਤੁਹਾਡੇ ਕੋਲੇ ਪੁੱਛਣ ਆਉਣਗੇ। ਔਰ ਉਹ ਲਾਜਵਾਬ ਹੋ ਕੇ ਇੱਥੋਂ ਚਲੇ ਗਏ। ਔਰ ਸਾਡੇ ਇੱਕ ਸਤਸੰਗੀ ਨੂੰ ਉਹ ਮਿਲੇ ਕਿ ਅਸੀਂ ਗਏ ਸੀ ਤੁਹਾਡੇ ਸੰਤਾਂ ਕੋਲੇ। ਉਹ ਕਹਿੰਦਾ ਵੀ ਕਿਵੇਂ ਗਏ ਸੀ। ਉਹਨਾਂ ਨੇ ਦੱਸਿਆ ਕਿ ਅਸੀਂ ਇਸ ਤਰ੍ਹਾਂ ਸਵਾਲ ਜਵਾਬ ਕਰਨ ਵਾਸਤੇ ਗਏ ਸੀ, ਲੇਕਿਨ ਅਫਸੋਸ ਹੈ ਕਿ ਉਹਨਾਂ ਨੇ ਛੋਟੇ ਜਿਹੇ ਸਵਾਲ ਨਾਲ ਸਾਡੀ ਤਸੱਲੀ ਕਰਤੀ ਔਰ ਅੱਗੇ ਵਾਸਤੇ ਅਸੀਂ ਕੰਨਾਂ ਨੂੰ ਹੱਥ ਲਾ ਕੇ ਆਏ ਹਾਂ ਕਿ
ਅਸੀਂ ਮੁੜ ਕੇ ਕਦੇ ਵੀ ਕਿਸੇ ਨਾਲ ਬਹਿਸ ਮੁਬਾਸਾ ਕਰਨ ਵਾਸਤੇ ਨਹੀਂ ਜਾਵਾਂਗੇ। ਕਬੀਰ ਸਾਹਿਬ ਕਹਿੰਦੇ ਹੈ, ਕਹਿਤ ਕਬੀਰ ਸ਼ੂਸ਼ਾ ਘਟ ਬੋਲਾ, ਭਰਿਆ ਹੋਏ ਨਾ ਕਬਹੂ ਡੋਲਾ। ਔਰ ਇਹੀ ਸਾਡਾ ਆਮ ਤੌਰ ਤੇ ਸਮਾਜਾਂ ਦੇ ਅੰਦਰ ਇੱਕ ਦੂਸਰੇ ਦੀ ਇੱਥੋਂ ਹੀ ਅਸੀਂ ਨਿੰਦਿਆ ਆਲੋਚਨਾ ਕਰਨ ਵਾਸਤੇ ਤੁਰ ਪੈਂਦੇ ਹਾਂ। ਜੋ ਕਹਿੰਦੇ ਹੈ ਉਸ ਤੇ ਵਿਚਾਰਦੇ ਨਹੀਂ। ਕਬੀਰ ਸਾਹਿਬ ਕਹਿੰਦੇ ਹੈ, ਘਟ ਨਾ ਕਿਨੇ ਕਹਾਇਆ, ਸਭ ਕਹਿੰਦੇ ਹੈ ਪਾਇਆ, ਲੇਕਿਨ ਜਿਨ੍ਹਾਂ ਨੇ ਪਾਇਆ ਹੁੰਦਾ ਹੈ ਉਹ ਕਿਸੇ ਨਾਲ ਬਹਿਸ ਵਾਸਾ ਕਰਨ ਵਾਸਤੇ ਨਹੀਂ ਜਾਂਦੇ, ਉਹਨੂੰ ਪਾ ਕੇ ਜ਼ਬਾਨ ਬੰਦ ਹੋ ਜਾਂਦੀ ਹੈ। ਆਮ ਤੌਰ ਦੇ ਉੱਤੇ ਬ੍ਰਹਿਮਣੀ ਮਤ, ਪੰਡਤਾਂ ਦੀ ਮਤ ਦਾ ਬਹੁਤ ਸਾਰਾ ਜ਼ੋਰ ਸੀਗਾ। ਆਮ ਤੌਰ ਦੇ ਉੱਤੇ ਪੰਡਤ ਨੂੰ ਖਵਾਉਣਾ ਲੋਕ ਕਾਫੀ ਅੱਛਾ ਸਮਝਦੇ ਸੀ। ਇੱਜ਼ਤ ਦੇ ਨਾਲ ਉਹਨਾਂ ਨੂੰ ਘਰੇ ਲਿਆਉਣਾ, ਔਰ ਉਹਨਾਂ ਲੋਕਾਂ ਨੇ ਕੁਝ ਸ਼ਲੋਕ ਵੀ ਪੜ੍ਹਨੇ, ਖਾਣਾ ਖਾਣ ਤੋਂ ਪਹਿਲਾਂ ਇਸ਼ਨਾਨ ਵੀ ਕਰਨਾ, ਸਭ ਕੁਝ ਕਰਨਾ। ਲੇਕਿਨ ਐਸੀ ਨਿਤ ਦੀ ਕਿਰਿਆ ਆਮ ਤੌਰ ਦੇ ਉੱਤੇ ਲੋਕ ਦੇਖਦੇ ਸਨ। ਜਦ ਗੁਰੂ ਨਾਨਕ ਦਾ ਆਗਮਨ ਇਸ ਸੰਸਾਰ ਵਿੱਚ ਹੋਇਆ, ਜਦ ਕੁਝ ਸੇਵਕ ਉਹਨਾਂ ਨੂੰ ਮਿਲੇ, ਉਹਨਾਂ ਨੇ ਪੁੱਛਿਆ ਕਿ ਮਹਾਰਾਜ ਜੀ, ਬੜੇ ਲੋਕ ਪਵਿੱਤਰ ਭੋਜਨ ਬਣਾਉਂਦੇ ਹੈ, ਔਰ ਲੇਕਿਨ ਅਫਸੋਸ ਇਹ ਹੈ ਕਿ ਅੰਦਰ ਜਾ ਕੇ ਇਹ ਗੰਦ ਕਿਉਂ ਬਣ ਜਾਂਦਾ ਹੈ। ਖਾਸ ਕਰਕੇ ਜਿਹੜੇ ਪੰਡਿਤ ਲੋਕ ਹੈ, ਇਹ ਤਾਂ ਬਹੁਤ ਵੱਧ ਤੋਂ ਵੱਧ ਸੁਚਮ ਰੱਖਦੇ ਹੈ। ਇਹਨਾਂ ਦੇ ਅੰਦਰ ਜਾ ਕੇ ਤਾਂ ਇਹ ਗੰਦ ਪੈਦਾ ਹੋਣਾ ਹੀ ਨਹੀਂ ਚਾਹੀਦਾ ਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਕਸਦ ਕਿਸੇ ਦਾ ਦਿਲ ਦਿਖਾਉਣਾ ਜਾਂ ਨਿੰਦਿਆ ਕਰਨੀ ਨਹੀਂ। ਉਹ ਹਰ ਸਮਾਜ ਅੰਦਰ ਗਏ ਹੈ, ਹਿੰਦੂਆਂ ਦੇ ਤੀਰਥਾਂ ਦੇ ਉੱਤੇ ਵੀ ਗਏ ਹੈ, ਲੇਕਿਨ ਜੋ ਕੁਛ ਉਹਨਾਂ ਨੇ ਲੋਕਾਂ ਨੂੰ ਦੇਖਿਆ ਉਹ ਉਹਨਾਂ ਨੇ ਬਾਣੀ ਦੇ ਅੰਦਰ ਲਿਖ ਦਿੱਤਾ ਹੈ। ਇਹ ਆਸਾ ਜੀ ਦੀ ਵਾਰ ਦੇ ਮੈਂ ਹਰ ਰੋਜ਼ ਸਤਸੰਗ ਕਰ ਰਿਹਾ ਹਾਂ। ਇਹ ਉਹ ਵਾਰ ਹੈ ਕਿ ਜਿਹੜੀ ਖਾਸ ਉਹਨਾਂ ਵਕਤਾਂ ਦੇ ਵਿੱਚ ਉਹਨਾਂ ਨੇ ਰਚੀ, ਕਿਉਂਕਿ ਸੰਤ ਸਮਾਜ ਸੁਧਾਰਕ ਵੀ ਹੁੰਦੇ ਹੈ ਕਿ ਇਹ ਲੋਕ ਆਪਣੇ ਆਪ ਨੂੰ ਦੁਨਿਆਵੀ ਤੌਰ ਤੇ ਵੀ ਸੁਧਾਰਨ, ਤਦ ਇਹ ਰੂਹਾਨੀਅਤ ਦੇ ਅੰਦਰ ਸੁਧਰ ਸਕਦੇ ਹੈ। ਸ਼ਲੋਕ ਮਹਲਾ ਪਹਿਲਾ। ਪਹਿਲਾ ਸੁਚਾ ਆਪ ਹੋਏ, ਸੁਚੇ ਬੈਠਾਏ, ਸੁਚੇ ਅਗੇ ਰੱਖਿਓਨ, ਕੋਈ ਨਾ ਪਿਟਿਓ ਜਾਏ। ਫਿਰ ਅੱਛੇ ਬਸਤਰ ਉਹਦੇ ਥੱਲੇ ਵਿਛਾਏ ਜਾਂਦੇ ਹੈ, ਜਗ੍ਹਾ ਨੂੰ ਅੱਛੀ ਤਰ੍ਹਾਂ ਲਿਪ ਪੋਚ ਕੇ ਸਾਫ਼ ਕੀਤਾ ਜਾਂਦਾ ਹੈ, ਔਰ ਸੁੱਚਾ ਅੰਨ ਉਹ ਖੁਦ ਹੀ ਪੰਡਤ ਤਿਆਰ ਕਰਦਾ ਹੈ ਕਿ ਇਸ ਨੂੰ ਕੋਈ ਆਦਮੀ ਪਿੱਟ ਨਾ ਦੇਵੇ ਜਾਂ ਦੂਸਰਾ ਆਦਮੀ ਇਹਦੇ ਉੱਪਰ ਝਾਕ ਵੀ ਨਾ ਪਵੇ। ਔਰ ਫਿਰ ਜਦੋਂ ਅੰਨ ਪਰੋਸ ਕੇ ਅੱਗੇ ਰੱਖ ਦਿੱਤਾ ਜਾਂਦਾ ਹੈ, ਫਿਰ ਕੋਈ ਧਾਰਮਿਕ ਸ਼ਲੋਕ ਪੜ੍ਹਦਾ ਹੈ ਤਾਂ ਕਿ ਇਹ ਹੋਰ ਵੀ ਪਵਿੱਤਰ ਹੋ ਜਾਏ। ਸੋਚਾ ਹੋਏ ਕੈ ਜੀਵਿਆ, ਲਗਾ ਪੜਨ ਸਲੋਕ, ਕੋਠੀ ਜਾਈ ਸਟਿਆ, ਕਿਸ ਏਉ ਲਗਾ ਦੁਖ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਇੰਨੀ ਸੁਚਮ ਕਰਕੇ ਸ਼ਲੋਕ ਪੜ੍ਹ ਕੇ ਔਰ ਅੱਛੇ ਖਿਆਲਾਂ ਨਾਲ ਖਾਣੇ ਨੂੰ ਬਣਾ ਕੇ ਕਹਿਣ ਲੱਗੇ ਕਿ ਇਹਨੂੰ ਗੰਦੀ ਜਗ੍ਹਾ ਤੇ ਜਾ ਕੇ ਸਿੱਟ ਦਿੱਤਾ, ਬਦਬੂ ਆਉਣੀ ਸ਼ੁਰੂ ਹੋਈ। ਇਹ ਦੋਸ਼ ਕਿਸ ਨੂੰ ਲੱਗਿਆ ਕਿ ਇੰਨੇ ਪਵਿੱਤਰ ਖਾਣੇ ਖਾ ਕੇ ਔਰ ਇਸ ਨੂੰ ਅਪਵਿੱਤਰ ਕਰਕੇ ਗੰਦੀ ਜਗ੍ਹਾ ਜਾ ਕੇ ਸਿੱਟਿਆ ਆ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। ਹੁਣ ਆਪ ਕਹਿੰਦੇ ਹੈ ਕਿ ਦੇਖੋ ਵੀ ਪਿਆਰਿਓ, ਅੰਨ ਵੀ ਦੇਵਤਾ ਹੈ, ਅਗਨੀ ਵੀ ਦੇਵਤਾ ਹੈ, और पानी भी देवता है और निमक भी देवता है।
ਪੰਜਵਾਂ ਪਾਇਆ ਕੇਤ ਤਾਂ ਹੋਆ ਪਾਕ ਪਵੇਤ। ਪੰਜਵਾਂ ਘਿਓ ਪਾ ਦਿੱਤਾ, ਇਹ ਪਵਿੱਤਰ ਭੋਜਨ ਬਣ ਗਿਆ ਹੈ। ਪਾਪੀ ਸਿਉ ਤਨ ਗੱਡਿਆ ਦੁੱਖਾਂ ਪਈਆਂ ਤੇਤ। ਆਪ ਕਹਿਣ ਲੱਗੇ ਐਸੇ ਪਵਿੱਤਰ ਅੰਨ ਨੇ ਇਸ ਪਾਪੀ ਤਨ ਦਾ ਸਾਥ ਲਿਆ ਔਰ ਇਹਦੇ ਵਿੱਚ ਜਾ ਕੇ ਇਹ ਵੀ ਪਾਪੀ ਹੋ ਗਿਆ। ਇਸ ਵਾਸਤੇ ਲੋਕ ਜਿੱਥੇ ਇਹਨੂੰ ਸਿੱਟਦੇ ਆ ਉੱਥੋਂ ਥੁੱਕਾਂ ਥੁੱਕਦੇ ਹੈ। ਉਸ ਜਗ੍ਹਾ ਕੋਈ ਬਹਿਣ ਵਾਸਤੇ ਤਿਆਰ ਨਹੀਂ, ਪੈਣ ਵਾਸਤੇ ਤਿਆਰ ਨਹੀਂ। ਬੇਸ਼ੱਕ ਅਸੀਂ ਲੈਟਰੀਨਾਂ ਦੇ ਅੰਦਰ ਕਿਤਨੀਆਂ ਵੀ DDT ਵਗੈਰਾ ਕਿਉਂ ਨਾ ਛਿੜਕੀਏ, ਕਿੰਨੀਆਂ ਵੀ ਸਫਾਈ ਕਿਉਂ ਨਾ ਰੱਖੀਏ, ਆਖਰ ਉੱਥੇ ਅਸੀਂ ਪੈਣ ਬਹਿਣ ਦਾ ਕੋਈ ਕਾਰਿਕ੍ਰਮ ਨਹੀਂ ਕਰ ਸਕਦੇਗੇ। ਜਿਤ ਮੁਖ ਨਾਮ ਨਾ ਉਚਰੈ ਬਿਨ ਨਾਵੇ ਰਸ ਖਾਏ। ਨਾਨਕ ਈਵੇ ਜਾਣੀਏ ਤਿਤ ਮੁਖ ਦੁਖਾਂ ਪਾਏ। ਉਹ ਕਿਉਂ ਪਵਿੱਤਰ ਭੋਜਨ ਥੁੱਕ ਦੇ ਕਾਬਲ ਹੋਇਆ? ਕਹਿਣ ਲੱਗੇ ਬਿਨਾਂ ਨਾਮ ਤੋਂ ਰਸ ਖਾਣ ਕਰਕੇ ਥੁੱਕ ਦੇ ਕਾਬਲ ਹੋ ਗਿਆ। ਔਰ ਅਗਰ ਅਸੀਂ ਨਾਮ ਦੀ ਕਮਾਈ ਕਰੀਏ, ਨਾਮ ਰੂਪ ਹੋ ਜਾਈਏ, ਫੇਰ ਹੀ ਸਾਡਾ ਖਾਧਾ ਪੀਤਾ ਪਵਿੱਤਰ ਹੈ। ਪਰਮਾਤਮਾ ਨੇ ਸਾਡੇ ਸਰੀਰ ਦੀ ਬੜੀ ਅੱਛੇ ਤਰੀਕੇ ਨਾਲ ਕਾਢਤ ਕੜੀ ਹੈ। ਅੱਖਾਂ ਹੈ, ਕੰਨ ਹੈ, ਨੱਕ ਹੈ, ਹੇਠ ਇੰਦਰੇ ਹੈ ਔਰ ਕਿਸ ਤਰ੍ਹਾਂ ਇਹਦੇ ਅੰਦਰ ਆਪਣੀ ਚੇਤਨੀ ਸ਼ਕਤੀ ਆਤਮਾ ਰੱਖ ਕੇ ਔਰ ਮਨ ਬੁੱਧੀ ਨੂੰ ਇਹਨਾਂ ਦੇ ਹਵਾਲੇ ਕਰ ਦਿੱਤਾ। ਅਗਰ ਅਸੀਂ ਇਹਨਾਂ ਇੰਦਰੀਆਂ ਤੋਂ ਸਹੀ ਕੰਮ ਲਈਏ ਜਿਸ ਵਾਸਤੇ ਇਹ ਪਰਮਾਤਮਾ ਨੇ ਲਾਏ ਹਨ, ਤਾਂ ਅਸੀਂ ਸੰਸਾਰ ਵਿੱਚ ਕਦੇ ਵੀ ਭਟਕੀਏ ਨਾ ਔਰ ਆਪਣੇ ਆਪ ਨੂੰ ਪਰੇਸ਼ਾਨੀਆਂ ਦੇ ਵਿੱਚ ਨਾ ਪਾਈਏ। ਲੇਕਿਨ ਅਸੀਂ ਇਹਨਾਂ ਇੰਦਰੀਆਂ ਦੀ ਜੋ ਵਰਤੋਂ ਹੈ ਉਹ ਗਲਤ ਤਰੀਕੇ ਨਾਲ ਕਰਦੇ ਹਾਂ। ਇਸ ਵਾਸਤੇ ਅੱਜ ਅਸੀਂ ਪਰੇਸ਼ਾਨ ਹੋਏ ਬੈਠੇ हैं। महला पहला। पांड जमिए पांड निमिए पांड मंगण हो पंड होवे दोसती पंड चले ਪੰਡ ਇਸਤਰੀ ਨੂੰ ਕਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਵੇਲੇ ਸੰਸਾਰ ਵਿੱਚ ਆਏ ਸਨ। ਮੈਂ ਕੱਲ ਵੀ ਦੱਸਿਆ ਸੀ ਕਿ ਜਦੋਂ ਇਸਤਰੀ ਜਾਤੀ ਨੂੰ ਬਹੁਤ ਦੁਰਕਾਰਿਆ ਜਾਂਦਾ ਸੀਗਾ, ਪੈਰ ਦੀ ਜੁੱਤੀ ਤੱਕ ਸਮਝਿਆ ਜਾਂਦਾ ਸੀਗਾ ਔਰ ਇਸੇ ਕਰਕੇ ਮੁਸਲਮਾਨਾਂ ਦੇ ਅੰਦਰ ਔਰਤ ਨੂੰ ਅਜੇ ਵੀ ਮਸੀਹ ਤੇ ਜਾਣ ਦੀ ਇਜਾਜ਼ਤ ਨਹੀਂ ਗੀ ਔਰ ਹਿੰਦੂ ਸ਼ਾਸਤਰਾਂ ਦੇ ਅੰਦਰ ਵੀ ਇਸ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਮਰਦ ਜੂਨ ਨੂੰ ਹੀ ਪਵਿੱਤਰ ਸਮਝਿਆ ਜਾਂਦਾ ਹੈ। ਲੇਕਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਬਈ ਦੇਖੋ ਪਿਆਰਿਓ, ਤੁਸੀਂ ਇਸ ਇਸਤਰੀ ਨੂੰ ਬੁਰਾ ਕਿਉਂ ਕਹਿੰਦੇ ਹੋ? ਭੰਡ ਜਿੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ ਹੋ। ਕਹਿਣ ਲੱਗੇ ਔਰਤ ਦੇ ਪੇਟ ਅੰਦਰ ਹੀ ਬੱਚਾ ਪਲਦਾ ਹੈ, ਫੁੱਲਦਾ ਹੈ ਔਰ ਜਨਮ ਲੈਂਦਾ ਹੈ। ਜਦ ਵੱਡਾ ਹੁੰਦਾ ਹੈ ਉਸ ਵਕਤ ਉਸੇ ਔਰਤ ਨਾਲ ਇਹ ਮੰਗਣੀ ਕਰਦਾ ਹੈ, ਵਿਆਹ ਕਰਦਾ ਹੈ ਔਰ ਔਰਤ ਕਰਕੇ ਹੀ ਸਾਰੇ ਰਿਸ਼ਤੇ ਨਾਤੇ ਦੁਨੀਆ ਦੇ ਵਿੱਚ ਕਾਇਮ ਹੁੰਦੇ ਹੈ। ਇੱਕ ਦੂਜੇ ਨਾਲ ਮਿੱਤਰਤਾ ਆਪਾਂ ਗੰਢਦੇ हैं। पंड मुआम पंड पालिए पंड होवे बंधन सो क्यों मंदा आखिए जित जम राजन। ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਵੇਲੇ ਦੇ
ਉਹਨਾਂ ਲੋਕਾਂ ਨੂੰ ਜਵਾਬ ਦਿੰਦੇ ਹੈ ਕਿ ਦੇਖੋ ਵੀ ਅਗਰ ਔਰਤ ਗੁਜ਼ਰ ਜਾਂਦੀ ਹੈ ਪਹਿਲੀ ਸ਼ਾਦੀ ਦੀ, ਅਸੀਂ ਹੋਰ ਭਾਲਦੇ ਹਾਂ, ਉਹਦੇ ਨਾਲ ਫੇਰ ਉਹੀ ਰਿਸ਼ਤਾ ਕਾਇਮ ਕਰ ਲੈਂਦੇ ਹਾਂ। ਕਹਿਣ ਲੱਗੇ ਜਿੱਥੋਂ ਤੁਸੀਂ ਖੁਦ ਪੈਦਾ ਹੋਏ ਹੋ, ਜਿਸ ਔਰਤ ਨੇ ਰਿਖੀ ਮੁਨੀ ਅਵਤਾਰ ਰਾਜੇ ਮਹਾਰਾਜਾ ਨੂੰ ਜਨਮ ਦਿੱਤਾ ਹੈ, ਉਸ ਨੂੰ ਪਿਆਰਿਓ ਮਾੜੀ ਤੁਸੀਂ ਕਿਉਂ ਕਹਿ ਰਹੇ ਹੋ? ਪੰਡੋਈ ਪੰਡੇ ਉਪਜੈ ਪੰਡੇ ਬਾਜ ਨਾ ਕੋਈ, ਨਾਨਕ ਪੰਡੇ ਬਾਹਰਾ ਏਕੋ ਸੱਚਾ ਸੋਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਕੋਈ ਐਸਾ ਆਦਮੀ ਨਹੀਂ ਮਿਲਦਾਗਾ ਕਿ ਜਿਹੜਾ ਔਰਤ ਤੋਂ ਬਗੈਰ ਪੈਦਾ ਹੋਇਆ ਹੋਵੇ, ਘਾਹ ਦੀ ਤਰ੍ਹਾਂ ਉਗਿਆ ਹੋਵੇ। ਕਹਿਣ ਲੱਗੇ ਹਰ ਇੱਕ ਹੀ ਇਸ ਤਰੀਕੇ ਨਾਲ ਜਨਮ ਲੈਂਦਾ ਹੈ। ਅਗਰ ਔਰਤ ਤੋਂ ਬਗੈਰ ਕੋਈ ਪੈਦਾ ਹੋਇਆ ਸੋ ਤੇ ਸਿੱਧ ਪ੍ਰਕਾਸ਼ ਹੋਇਆ ਹੈ। ਕਹਿਣ ਲੱਗੋ ਇੱਕ ਪਰਮਾਤਮਾ ਹੈ ਜਿਹੜਾ ਆ ਜਗਤ ਤੋਂ ਸਦਾ ਹੀ ਤੁਰਿਆ ਆਉਂਦਾ ਹੈ। ਜਿਤ ਮੁਖ ਸਦਾ ਸਲਾਹੀਐ ਭਗਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਜੋ ਉਸ ਪਰਮਾਤਮਾ ਦੀ ਸ਼ਬਦ ਦੀ ਜਾਂ ਜੋ ਸ਼ਬਦ ਰੂਪ ਮਹਾਤਮਾ ਹੋ ਚੁੱਕਿਆ ਹੈ, ਕਹਿੰਦੇ ਉਹਦੀ ਸਿਫਤ ਕਰਨੀ, ਉਹਦੀ ਵਡਿਆਈ ਕਰਨੀ ਹੀ ਸਾਡੇ ਮੱਥੇ ਦੀ ਰੱਤੀ ਭਾਗ ਜਾਗਦੇ ਹਨ, ਉੱਚੇ ਭਾਗ ਹੁੰਦੇ ਆ ਤਾਂ ਅਸੀਂ ਕਰ ਸਕਦੇ ਹਾਂ। ਕਹਿਣ ਲੱਗੇ ਉਹਨਾਂ ਦੇ ਉਹ ਸੱਚੇ ਦਰਬਾਰ ਅੰਦਰ ਪਰਮਾਤਮਾ ਦੇ ਅੰਦਰ ਜਾ ਕੇ ਮੁਖ ਦੇਖਣ ਦੇ ਕਾਬਿਲ ਹੈ, ਸੋਹਣੇ ਹੋ ਜਾਂਦੇ ਹੈ ਔਰ ਸ਼ਬਦ ਦਾ ਨੂਰ ਉਹਨਾਂ ਦੇ ਚਿਹਰਿਆਂ ਤੇ ਚਮਕਦਾ ਹੈ। ਹੋੜੀ ਸਭ ਕੋ ਆਖੇ ਆਪਣਾ, ਜਿਸ ਨਾਹੀ ਸੋਚਣ ਕੱਢੀਐ। ਪਰਮਾਤਮਾ ਸਭ ਨੂੰ ਆਪਣਾ ਬਣਾਉਂਦਾ ਹੈ। ਜਿਹੜਾ ਉਹਦੀ ਭਗਤੀ ਨਹੀਂ ਕਰਦਾਗਾ, ਬੇਸ਼ੱਕ ਉਹ ਬਾਹਰੋਂ ਕਿਤਨਾ ਵੀ ਉਡੰਬਰ, ਕਿਤਨਾ ਵੀ ਮਹਾਤਮਾ ਬਣ ਕੇ ਕਿਉਂ ਨਾ ਦਿਖਾ ਦੇਵੇ ਲੋਕਾਂ ਨੂੰ, ਲੇਕਿਨ ਪਰਮਾਤਮਾ ਦੇ ਦਰਬਾਰ ਅੰਦਰ ਜਾ ਕੇ ਉਹਨੂੰ ਅਲੱਗ ਚੁਣ ਕੇ ਪਾਸੇ ਕੱਢਿਆ ਜਾਂਦਾ ਹੈ। ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ। ਗੁਰੂ ਨਾਨਕ ਕਹਿੰਦੇ ਆ, ਸਾਨੂੰ ਲੋਕਾਂ ਦੀ ਕਿਉਂ ਚਿੰਤਾ ਲੱਗੀ ਹੋਈ ਹੈ, ਸਾਨੂੰ ਆਪਣੀ ਚਿੰਤਾ ਹੋਣੀ ਚਾਹੀਦੀ ਹੈ। ਅਸੀਂ ਆਪਣਾ ਕੀਤਾ ਖੁਦ ਹੀ ਪਾਉਣਾ ਹੈ। ਜੋ ਕੋਈ ਬੁਰਾਈ ਕਰਦਾ ਹੈ ਜਾਂ ਭਲਾਈ ਕਰਦਾ ਹੈ, ਉਹ ਆਪਣੇ ਵਾਸਤੇ ਕਰ ਰਿਹਾ ਹੈ। ਇੱਕ ਬ੍ਰੈਕਟ ਮਹਾਤਮਾ ਸੀਗਾ, ਉਹ ਹਮੇਸ਼ਾ ਮੰਗ ਕੇ ਅੰਨ ਲਿਆਉਣਾ ਉਤਨਾ ਹੀ ਜਿੰਨਾ ਕਿ ਖਾਣਾ ਹੈ। ਉਹ ਇੱਕ ਪਿੰਡ ਦੇ ਅੰਦਰ ਗਿਆ, ਉਹਨੇ ਆਵਾਜ਼ ਲਗਾਈ, ਕਰ ਭਲਾ ਹੋਵੇ ਭਲਾ, ਅੰਤ ਭਲੇ ਦਾ ਭਲਾ। ਔਰ ਜਿਹਨੇ ਨਹੀਂ ਕਰਿਆ ਉਹ ਕਰਕੇ ਦੇਖੇ, ਪਾਈ ਮਾਈ ਰੱਬ ਦੇ ਲੇਖੇ। ਜਦੋਂ ਉਹਨੇ ਇਹ ਗੱਲ ਕਹੀ ਔਰ ਇੱਕ ਮਾਤਾ ਨੇ ਬੜੀ ਤਰਕ ਮਾਰੀ ਕਿ ਇਹਨਾਂ ਲੋਕਾਂ ਨੇ ਮੰਗਣ ਵਾਸਤੇ ਕਿੱਡੇ ਕਿੱਡੇ ਢੌਂਗ ਬਣਾਏ ਹੈ, ਮੈਂ ਦੇਖਾਂ ਇਸ ਨੂੰ ਜ਼ਹਿਰ ਪਾ ਕੇ 4 ਫੁਲਕੇ ਦਿੰਨੀ ਹੈ, ਮੇਰਾ ਕੀ ਹੁੰਦਾ ਹੈ। ਕਿਉਂਕਿ ਆਮ ਤੌਰ ਉੱਤੇ ਅਸੀਂ ਦੇਖਦੇ ਹਾਂ ਜਿਹੜੇ ਪੁੰਨਦਾਨ ਕਰਦੇ ਆ, ਨਾਮ ਜਪਦੇ ਆ, ਉਹ ਔਖੇ ਨਜ਼ਰ ਵਿੱਚ ਆ ਜਾਂਦੇ ਹੈ। ਬਹੁਤ ਸਾਰੇ ਲੋਕ ਕਰਮਾਂ ਦਾ ਭੁਗਤਾਨ ਕਰਦੇ ਹੈ, ਜਿਹੜੇ ਕਈ ਦਫਾ ਬੁਰੇ ਕਰਮ ਵਾਲੇ ਵੀ ਸੌਖੇ ਹੋ ਹੁੰਦੇ ਹੈ। ਲੇਕਿਨ ਅਸੀਂ ਉਸ ਰਾਜ ਨੂੰ ਤਾਂ ਸਮਝਦੇ ਨਹੀਂ ਕਿ ਇਹ ਕਿਉਂ ਔਖੇ ਹੈ, ਉਹ ਕਿਉਂ ਸੌਖੇ ਹੈ, ਬਲਕਿ ਅਸੀਂ ਅਭਾਉ ਲੈ ਆਉਨੇ ਹਾਂ। ਇਸ ਵਾਸਤੇ ਉਹ ਮਾਤਾ ਨੇ ਜ਼ਹਿਰ ਪਾ ਕੇ 4 ਪਰੌਠੇ ਬਣਾ ਦਿੱਤੇ, ਉਸ ਨੂੰ ਪਕੜਾ ਦਿੱਤੇ। ਉਹ ਬਾਹਰ ਜਾ ਕੇ ਸੋਚਿਆ ਕਿ ਮੈਂ ਇਸ਼ਨਾਨ ਕਰਾਂ ਫੇਰ ਹੀ ਖਾਊਂਗਾ। ਉਸ ਮਾਤਾ ਦੇ 4 ਲੜਕੇ ਬਾਹਰ ਕੋਈ ਵਪਾਰ ਕਰਨ ਵਾਸਤੇ ਗਏ ਸੀਗੇ ਔਰ ਜਦ ਉਹ ਵਾਪਸ ਪਿੰਡ ਨੂੰ ਆਉਣ ਲੱਗੇ, ਰਸਤੇ 'ਚ ਉਸ ਮਹਾਤਮਾ ਦੀ ਕੁਟੀਆ ਸੀ। ਭੁੱਖ ਨੇ ਵਿਆਕੁਲ ਕੀਤੇ, ਕਹਿਣ ਲੱਗੇ ਮਹਾਤਮਾ ਜੀ ਇੱਕ ਇੱਕ ਅਗਰ ਪਰੌਠਾ ਸਾਨੂੰ ਫੁਲਕਾ ਦੇ ਦਿਓ, ਅਸੀਂ ਪਿੰਡ ਅੱਪੜਦੇ ਹੋ ਜਾਵਾਂਗੇ। ਮਹਾਤਮਾ ਨੇ ਸੋਚਿਆ ਇਹ ਭੁੱਖੇ ਆਏ ਹੈ, ਮੈਂ ਹੋਰ ਕਿਤੋਂ ਲਿਆਉਂਗਾ। ਉਹਨਾਂ ਨੇ ਇੱਕ ਇੱਕ ਪਰੌਠਾ ਦੇਤਾ, ਉਹਨਾਂ ਨੇ ਉਹ ਖਾਧੇ। ਜਦ ਨੂੰ ਉਹ ਘਰੇ ਆਏ ਉਹ ਬੇਹੋਸ਼ ਹੋ ਗਏ। ਮਾਤਾ ਪੁੱਛਦੀ ਹੈ
ਕਿ ਤੁਸੀਂ ਕੀ ਖਾਧਾ ਸੀ, ਕੀ ਪੀਤਾ ਸੀ, ਕੀ ਤੁਹਾਨੂੰ ਇਹ ਬਿਮਾਰੀ ਹੈ। ਉਹ ਕਹਿਣ ਲੱਗੇ ਸੀ ਕੁਝ ਖਾਧਾ ਪੀਤਾ ਨਹੀਂ, ਬੜੀ ਭੁੱਖ ਲੱਗੀ ਸੀ। ਉਸ ਮਹਾਤਮਾ ਕੋਲੇ ਅਸੀਂ ਗਏ ਸੀਗੇ, ਉਹਨੇ ਇੱਕ ਇੱਕ ਪਰੌਠਾ ਖਾਧਾ ਹੈ। ਉਸ ਵਕਤ ਦਾ ਹੀ ਸਾਨੂੰ ਧਰਤੀ ਕਾਲੀ ਪੀਲੀ ਦਿਸ ਰਹੀ ਹੈ। ਔਰ ਉਹ ਮਾਤਾ ਬੜੀ ਰੋਣ ਲੱਗੀ ਕਿ ਉਹ ਤਾਂ ਜ਼ਹਿਰ ਪਾਇਆ ਹੋਇਆ ਸੀ, ਮੈਂ ਖੁਦ ਹੀ ਪਾਇਆ ਹੋਇਆ ਸੀਗਾ। ਫਿਰ ਉਸ ਨੂੰ ਪਤਾ ਲੱਗਿਆ ਕਿ ਜੋ ਕਿਸੇ ਨਾਲ ਬੁਰਿਆਈ ਕਰਦਾ ਹੈ ਖੁਦ ਉਸੇ ਦੇ ਅੱਗੇ ਆਉਂਦੀ ਹੈ। ਜਾਣ ਨਾਹੀ ਐਤ ਜਗ ਤਾਂ ਕਾਇਤ ਗਰਭ ਹੰਡੀਐ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਜਦ ਇਸ ਸੰਸਾਰ ਵਿੱਚ ਕਿਸੇ ਆਦਮੀ ਨੇ ਸਦਾ ਰਹਿਣਾ ਹੀ ਨਹੀਂ, ਕਿਸ ਚੀਜ਼ ਦਾ ਆਪਾਂ ਹੰਕਾਰ ਕਰਦੇ ਹਾਂ। ਜੋ ਪੈਦਾ ਹੁੰਦਾ ਹੈ ਇੱਕ ਦਿਨ ਉਹਨੇ ਜ਼ਰੂਰ ਸੰਸਾਰ ਨੂੰ ਛੱਡਣਾ ਹੈ। ਹਰ ਇੱਕ ਦੀ ਮੌਤ ਦੀ ਵਾਰੀ ਆਉਂਦੀ ਹੈ। ਮੰਦਾ ਕਿਸੇ ਨ ਆਖੀਐ ਪੜ ਅੱਖਰ ਇਹੋ ਬੂਝੀਐ। ਮੂਰਖ ਨਾਲ ਨਾ ਲੋਜੀਐ ਮੂਰਖ ਨਾਲ ਨਾ ਲੋਜੀਐ। ਕਹਿੰਦੇ ਸਾਰਿਆਂ ਦੇ ਅੰਦਰ ਪਰਮਾਤਮਾ ਵਸਦਾ ਹੈ, ਕਿਸੇ ਨੂੰ ਬੁਰਾ ਕਿਉਂ ਕਹਿਣਾ ਹੈ। ਸਭ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ। ਜੋ ਲੋਕ ਸ਼ਬਦ ਨਾਮ ਦਾ ਅਭਿਆਸ ਨਹੀਂ ਕਰਦੇ, ਪਰਮਾਤਮਾ ਦੀ ਭਗਤੀ ਨਹੀਂ ਕਰਦੇਗੇ, ਸਾਨੂੰ ਭੁੱਲ ਕੇ ਵੀ ਉਹਨਾਂ ਦੇ ਨਾਲ ਝਗੜਾ ਨਹੀਂ ਕਰਨਾ ਚਾਹੀਦਾਗਾ। ਔਰ ਜੋ ਅਸੀਂ ਉਹਨਾਂ ਦੇ ਨਾਲ ਝਗੜੇ ਤੇ ਵਕਤ ਖਰਾਬ ਕਰਦੇ ਹਾਂ, ਉਹ ਕਿਉਂ ਨਾ ਸ਼ਬਦ ਨਾਮ ਦੀ ਕਮਾਈ ਤੇ ਟਾਈਮ ਲਾਇਆ ਜਾਏ। ਗੁਰੂ ਨਾਨਕ ਦੇਵ ਜੀ ਇੱਕ ਦਫਾ ਕਿਸੇ ਜਗ੍ਹਾ ਤੁਰੇ ਜਾਂਦੇ ਸਨ। ਅੱਗੇ ਇੱਕ ਆਦਮੀ ਬੜਾ ਫਿੱਕਾ ਵਰਤਾਓ ਕਿਸੇ ਦੇ ਨਾਲ ਕਰ ਰਿਹਾ ਸੀਗਾ, ਫਿੱਕਾ ਬੋਲ ਰਹੇ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਨੂੰ ਪਿਆਰ ਨਾਲ ਸਮਝਾਉਂਦੇ ਆ ਕਿ ਦੇਖ ਪਿਆਰਿਆ, ਫਿੱਕਾ ਬੋਲਣ ਨਾਲ ਫਿੱਕੇ ਹੋ ਜਾਈਦਾ ਹੈ। ਇੱਕ ਤਾਂ ਆਪਣਾ ਦਿਲ ਦੁਖਦਾ ਹੈ, ਇੱਕ ਜਿਸ ਵਾਸਤੇ ਆਪਾਂ ਬੋਲਦੇ ਹਾਂ ਉਸ ਦਾ ਦਿਲ ਦੁਖਦਾ ਹੈ। ਕੋਈ ਆਦਮੀ ਬਾਜ਼ਾਰ 'ਚ ਖੜਾ ਕਿਸੇ ਨੂੰ ਗਾਲੀਆਂ ਨਿਕਾਲ ਰਿਹਾ ਸੀਗਾ। ਇੱਕ ਬਾਪ ਬੇਟਾ ਬਾਜ਼ਾਰ ਅੰਦਰ ਗਏ। ਉਹ ਪਿਤਾ ਤਾਂ ਸਿਆਣਾ ਸੀ, ਉਹਦੀ ਕੋਈ ਉਹ ਗਾਲੀਆਂ ਨਿਕਾਲਣ ਵਾਲੇ ਦੀ ਤਰਫ ਤਵੱਜੋ ਨਹੀਂ ਸੀ, ਲੇਕਿਨ ਬੱਚਾ ਛੋਟਾ ਸੀ, ਉਹਦੀ ਤਵੱਜੋ ਚਲੀ ਗਈ। ਕਹਿੰਦਾ ਪਿਤਾ ਜੀ ਦੇਖ, ਉਹ ਬੰਦਾ ਬਗੈਰ ਕਿਸੇ ਦੇ ਬੁਲਾਇਆ ਹੀ ਗਾਲੀਆਂ ਨਿਕਾਲੀ ਜਾਂਦਾ ਹੈ। ਪਿਤਾ ਬੜਾ ਸਮਝਦਾਰ ਸੀ, ਉਹ ਕਹਿੰਦਾ ਦੇਖ ਬੇਟਾ, ਹਰ ਵਿਅਕਤੀ ਇਸ ਦੁਨੀਆ ਦੇ ਬਾਜ਼ਾਰ ਵਿੱਚ ਆਉਂਦਾ ਹੈ ਆਪੋ ਆਪਣਾ ਸੌਦਾ ਵੇਚਣ ਵਾਸਤੇ, ਕਰਨ ਵਾਸਤੇ। ਤੈਂ ਕੀ ਲੈਣਾ ਹੈ ਇਸ ਤੋਂ? ਔਰ ਉਹਦੀ ਤਰਫ ਕੋਈ ਵੀ ਤਵੱਜੋ ਨਹੀਂ ਦੇ ਰਿਹਾ ਸੀਗਾ, ਕਿਉਂਕਿ ਉਸ ਦੇ ਬਚਨ ਕੜਵੇ ਔਰ ਫਿੱਕੇ ਸਨ। ਕਬੀਰ ਸਾਹਿਬ ਕਹਿੰਦੇ ਆ, ਬੋਲੀ ਤਾਂ ਅਨਮੋਲ ਹੈ, ਜੇ ਬੋਲਣ ਜਾਣਾ ਕੋਏ। ਅਗਰ ਕੋਈ ਬੋਲਣ ਜਾਣੇ, ਬੜੀ ਬੋਲੀ ਦੇ ਅੰਦਰ ਖਿੱਚ ਹੁੰਦੀ ਹੈ। ਅਗਰ ਅਸੀਂ ਮਿੱਠਾ ਬੋਲਦੇ ਹਾਂ ਤਾਂ ਅਸੀਂ ਦੁਸ਼ਮਣ ਤੋਂ ਵੀ ਮਿੱਤਰ ਬਣਾ ਲੈਂਦੇ ਹਾਂ। ਅਗਰ ਕੜਵਾ ਬੋਲਦੇ ਹਾਂ ਤਾਂ ਮਿੱਤਰ ਨੂੰ ਵੀ ਦੁਸ਼ਮਣ ਬਣਾ ਲੈਂਦੇ ਹਾਂ। ਕਬੀਰ ਸਾਹਿਬ ਸਾਨੂੰ ਪਿਆਰ ਨਾਲ ਕਹਿੰਦੇ ਆ, ਮਿੱਠਾ ਬੋਲਣ ਨਿਉ ਚੱਲਣ, ਪੱਲਿਓਂ ਨਾ ਕੁਛ ਦੇ। ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਫਿੱਕਾ ਬੋਲ ਬਗੁਚਣਾ, ਸੁਣ ਮੂਰਖ ਮਨ ਅਜਾਣ। ਫਿੱਕਾ ਬੋਲ ਕੇ ਦੁਖੀ ਹੋਣਾ, ਮਨ ਨੂੰ ਕਹਿੰਦੇ ਤੂੰ ਮੂਰਖ ਹੈ। ਔਰ
जिस बोलिया दरगाह पत पवे सो बोलिया परवान। जिस बोलण ना दरगाह च पत आबरू बने, कहंदे ओही परमात्मा नूं बोलिया पाउंदा है। कि ठंडे दिल नाल सोचण वाली गल है। हर सत्संगी नूं 100% ही साडे घरां दे जो आम तौर ते मसले खड़े हुंदे है, ये ज्यादातर समझ के ना बोलण विच ही है, फिक्का बोलण करके ही है। फिक्का बोलण नाल पति पत्नी दी नहीं बनदी, बाप बच्चियां दी नहीं बनदी। की एक मियां बीबी सन, ओ रोज लड़दे झगड़दे रहिंदे सन। मियां नूं इह हंकार सी मैं भगती करदा हां, औरत नूं हंकार सी कि मैं करदी हां। वो कहण लगी, देख तेरे पास बहुत सारे लोग भगती भाव दीयां गल्लां सुनन वास्ते आउंदे है। हर रोज तुहाडा यही काम रहिंदा है, उही गल्लां तू रोज रोज सुणाउणा है। कदे किसी ने असर कीता भी भजन करो, नाम जपो, माड़े कर्मां नूं छड्डो। और जेड़ी भगती मैं करदी है, तू देख 1 सेकंड दे अंदर मेरा भी चुटकला किड्डी छेती वो असर करदा है। वो कहण लग्या, अज देखांगे जेड़ा कोई तेरे कोले आवे तू किस तरह उसते असर करदी है। मैं तो रोज तेनू पता ही है सत्संग वगैरह सुनाना है। वो बेचारा बाहर कारोबार करन चलिया गया बई मैं आके प्रेमियां नू कोई भजन भाव दे मुतालक समझाऊंगा। वो प्रेमी जद घर विच आए, वो औरत ने बड़ा उस मौके तो फायदा उठाया। वो पुछण लगे कि भगत जी कित्थे है। वो कहण लगी, की दसां, उन्हें तो दिमाग दे विच नुक्स पै गया है। जेड़ा कोई बाहरों आउंदा है ना, उस नूं रस्से नाल बन के ते मूलियां नाल कुटदे है। चंगा होवे जे तुसी जल्दी देने इत्थों चले जाओ, जे आ गया तो उसे तरह जिवें दूजियां नाल करदा तुहाडे नाल भी करेगा। वो बेचारे डरदे मारे भज गए। इन्ने नूं वो भगत भी आ गया घरे। पुछदा है, इत्थे कोई प्रेमी नहीं आए? वो कहंदी, आए तां सी पर वो रुस के चले गए। की गल? वो कि मैथों रस्सा पुछदे सी, एक मूली पुछदे सी कि सट्टा मारन वाली, ते कि तैं दे देने सी। वो कहण लगी, जी मैं तुहाडी आग्या बगैर तां किसी पासे कदम नहीं पुटदी गी, तुसी कह जांदे तो मैं दे दिंदी। वो कहंदा, जल्दी फड़ा मैनू रस्सा और मूली। वो रस्सा और मूली फड़ के कहंदा, किधर नूं गए है? उन्हें हथ कीता जिधर नूं गए सीगे। हुण उन्हां ने देखिया भी वो तो मगरे भज्या आउंदा है। जद हथ दे विच रस्सा और मूली देखी, वो होर अगे भज तुरे भी हुण तां आपां नूं छड्डदा नहीं। आखिर बहुत भजे। वो तकड़ा सीगा भगत भी। उन्हां नूं अपण लग्या बई तुसी ठहर तां जाओ, 1 मिनट गल तां सुन लो। वो कहण लगे, भरावा तेरियां ना सुणियां ही चंगियां हन। आखिर वो खड़ गए भी आपां कई जाने हैं। वो कहंदे भी तुसी भज्जे क्यों जाने हो? मैं तो तुहाडा आदर करदा है, सत्कार करदा है। तुहाडे जितने पांव मेरे घर दी तरफ चक्के है मैं सिर ते समझदा हां। तुसी क्यों भज तुरे? इस गल पिछे आ लो रस्सा और आ मूली ले लो। वो कहण लगे कि तेरे घरवाली ने यह गल कही सीगी भी ਉਹਦੇ दिमाग नूं नुक्स होया होया है और वो रस्से ना बन के मूलियां ना कुटदा है। ਅਸੀਂ डरदे मारे भरावा घरों भजे आए हैं। इस वास्ते संत कहते हैं कि मियाँ बीबी अगर मिल के चलन, वो घर भी तरक्की करता है, वो परमार्थ दे विच भी तरक्की करते हैं। नहीं तो ऐसा ही हुंदा है जिस तरह उस पत्नी ने कौतुक दिखाया और पति अलग पत्नी अलग जाते हैं, वो कामयाब नहीं हुंदे गे। संत महात्मा जद भी आउंदे है, वो सानू बड़े प्यार नाल दसदे है कि घर दे अंदर शांति बनाओ। गृहस्थ दे अंदर तदी असी शांति बना सकते हैं। एक दूजे नू माफ करो, भुल जाओ। अगर जे एक दूसरे च
ਮਾਮੂਲੀ ਗੱਲਾਂ ਤੇ ਆਪਾਂ ਨੁਕਤਾਚੀਨੀ ਕਰਦੇ ਹਾਂ, ਤੁਹਾਨੂੰ ਪਤਾ ਖਟਪਟੀ ਹੋ ਜਾਂਦੀ ਹੈ। ਜਿਸ ਘਰ 'ਚ ਖਟਪਟੀ ਹੈ ਉਹ ਕਿਸ ਤਰ੍ਹਾਂ ਸ਼ਾਂਤੀ ਪ੍ਰਾਪਤ ਕਰ ਸਕਦੇ ਆ। ਨਾ ਉਹਨਾਂ ਦੀ ਦੁਨੀਆਦਾਰੀ ਹੁੰਦੀ ਹੈ, ਨਾ ਉਹ ਭਜਨ ਅਭਿਆਸ ਦੇ ਵਿੱਚ ਹੀ ਤਰੱਕੀ ਕਰਦੇ ਆ। ਤੋ ਤੁਹਾਡੇ ਅੱਗੇ ਆਸਾ ਜੀ ਦੀ ਵਾਰ ਦਾ ਸ਼ਬਦ ਗੁਰੂ ਨਾਨਕ ਦਾ ਰੱਖਿਆ ਜਾਂਦਾ ਹੈ, ਗੌਰ ਨਾਲ ਸੁਣੋ। ਸ਼ਲੋਕ ਮਹਲਾ ਪਹਿਲਾ। ਨਾਨਕ ਫਿਕੈ ਭੋਲਿਐ, ਤਨ ਮਨ ਫਿਕਾ ਹੋਏ। ਫਿਕੋ ਫਿਕਾ ਸਦੀਐ, ਫਿਕੇ ਫਿਕੀ ਸੋਏ। ਗੁਰੂ ਨਾਨਕ ਕਹਿੰਦੇ ਆ ਫਿੱਕਾ ਬੋਲਣ ਨਾਲ ਤਨ ਵੀ ਮਨ ਵੀ ਫਿੱਕਾ ਹੋ ਜਾਂਦਾ ਹੈ। ਫਿੱਕਾ ਬੋਲਣ ਦੇ ਨਾਲ ਸਾਡੀ ਜਿਹੜੀ ਸੋਭਾ ਹੈ ਉਹ ਵੀ ਫਿੱਕੀ ਪੈ ਜਾਂਦੀ ਹੈ। ਔਰ ਦੁਨੀਆ ਵੀ ਸਾਨੂੰ ਸਾਰੇ ਕਹਿੰਦੇ ਆ ਇਹ ਬੜਬੋਲਾ ਹੈ, ਇਹਨੂੰ ਬੋਲਣਾ ਹੀ ਨਹੀਂ ਆਉਂਦਾਗਾ। ਫਿੱਕਾ ਦਰਗਾਹ ਸਟੀਐ, ਮੋਹਿ ਥੁੱਕਾਂ ਫਿਰੇ ਪਾਏ। ਕਹਿਣ ਲੱਗੇ ਫਿੱਕੇ ਨੂੰ ਦਰਗਾਹ ਦੇ ਵਿੱਚ ਪਰਮਾਤਮਾ ਵੀ ਮਨਜ਼ੂਰ ਨਹੀਂ ਕਰਦਾ। ਉੱਥੇ ਵੀ ਜਮ ਜਿਹੜੇ ਹੈ ਉਹ ਲਾਣਤਾਂ ਰੂਪੀ ਥੁੱਕਾਂ ਹੀ ਪਾਉਂਦੇ ਹੈ। ਔਰ ਸੰਸਾਰ ਵਿੱਚ ਵੀ ਸਾਨੂੰ ਪਤਾ ਹੀ ਹੈ ਕਿ ਐਸਾ ਬੋਲਣ ਵਾਲਾ, ਫਿੱਕਾ ਬੋਲਣ ਵਾਲਾ ਕਿਸੇ ਜਗ੍ਹਾ ਵੀ ਸ਼ੋਭਾ ਨਹੀਂ ਪਾਉਂਦਾ। ਲੋਕ ਵੀ ਸੰਸਾਰ ਵਿੱਚ ਉਸ ਨੂੰ ਲਾਣਤ ਰੂਪੀ ਥੁੱਕਾਂ ਪਾਉਂਦੇ ਹੈ ਕਿ ਇਸ ਦੀ ਕਿਸੇ ਨਾਲ ਬਣਦੀ ਨਹੀਂ। ਬਾਬਾ ਬਿਸ਼ਨ ਦਾਸ ਆਪਦਾ ਇੱਕ ਅੱਖੀਂ ਦੇਖਿਆ ਵਾਕਿਆ ਦੱਸਦੇ ਹੁੰਦੇ ਸੀਗੇ। ਉਹ ਤੁਰੇ ਜਾਂਦੇ ਸੀਗੇ, ਇੱਕ ਆਦਮੀ ਇੱਕ ਘਰ ਦੇ ਵਿੱਚੋਂ ਨਿਕਲਿਆ। ਉਸ ਦੇ ਪੱਲੇ ਵਿੱਚ ਕੋਈ ਵਸਤੂ ਸੀ, ਉਹ ਚੋ ਰਹੀ ਸੀ ਪਾਣੀ ਉਸ ਦੇ ਵਿੱਚੋਂ। ਉਹ ਪੁੱਛਣ ਲੱਗੇ ਕੀ ਗੱਲ ਹੈ ਪਿਆਰਿਆ, ਇਹ ਕੀ ਤੇਰੇ ਕੱਪੜੇ 'ਚ ਚੋਂਦਾ ਜਾਂਦਾ ਹੈ? ਉਹ ਬੜਾ ਕਾਹਲੀ ਨਾਲ ਜਾ ਰਿਹਾ ਸੀਗਾ। ਔਰ ਉਹ ਕਹਿਣ ਲੱਗਾ ਮੈਂ ਕੀ ਦੱਸਾਂ, ਇਹ ਮੇਰੀ ਜਵਾਨ ਦਾ ਰਸ ਹੈ। ਕਹਿਣ ਲੱਗਾ ਮੈਂ ਵਪਾਰ ਕਰਨ ਵਾਸਤੇ ਆਇਆ ਸੀ, ਆਟਾ ਮੇਰੇ ਪੱਲੇ ਸੀ, ਕਿਉਂਕਿ ਉਹ ਜਵਾਨੇ ਐਸੇ ਹੀ ਸਨ ਜਦ ਇੰਨਾ ਹਿੰਦੁਸਤਾਨ ਦੇ ਵਿੱਚ ਹੋਟਲਾਂ ਵਗੈਰਾ ਦਾ ਬਾਹਰ ਇੰਤਜ਼ਾਮ ਕਮ ਹੀ ਸੀਗਾ। ਮੈਂ ਇਸ ਔਰਤ ਦੇ ਘਰੇ ਵੜਿਆ ਕਿ ਮੈਨੂੰ ਖਾਣਾ ਤਿਆਰ ਕਰ ਦੇ, ਮੈਂ ਖਾ ਲਵਾਂ। ਉਹ ਕਹਿਣ ਲੱਗੀ ਅੱਛਾ ਭਾਈ ਮੈਂ ਕਰ ਦਿੰਨੀ ਹੈ, ਤੂੰ ਬੈਠ ਜਾ। ਬੜਾ ਪਿਆਰ ਨਾਲ ਕਹਿੰਦਾ ਮੈਨੂੰ ਬਿਠਾਇਆ, ਮੇਰਾ ਖਾਣਾ ਤਿਆਰ ਕਰਨ ਲੱਗੀ। ਕਹਿੰਦਾ ਮਨ ਜਿਹੜਾ ਹੈ ਇਹ ਕੋਈ ਨਾ ਕੋਈ ਸ਼ਰਾਰਤ ਕਰਦਾ ਹੈ। ਦਿਲ 'ਚ ਖਿਆਲ ਆਇਆ ਕਿ ਬੂਹਾ ਭੀੜਾ ਹੈ, ਜਦ ਤਾਂ ਮੱਝ ਅੰਦਰ ਆਉਂਦੀ ਹੈ ਉਸ ਵੇਲੇ ਤਾਂ ਇਹ ਵੜ ਜਾਂਦੀ ਹੈ, ਜੇ ਮਰ ਜਾਵੇ ਤੇ ਇਹ ਟੇਢੀ ਹੋ ਕੇ ਕਿਸ ਤਰ੍ਹਾਂ ਨਿਕਲ ਸਕਦੀ ਹੈ। ਬੈਠੇ ਬੈਠੇ ਮਨ ਨੇ ਕਿਹਾ ਕਿ ਮਾਤਾ ਤੇਰਾ ਬੂਹਾ ਭੀੜਾ ਹੈ, ਜੇ ਮੱਝ ਮਰ ਜਾਵੇ ਤਾਂ ਇਹ ਕਿਸ ਤਰ੍ਹਾਂ ਨਿਕਲੇ। ਉਹ ਬਜ਼ੁਰਗ ਮਾਤਾ ਨੇ ਸੋਚਿਆ ਵੀ ਇਹ ਤਾਂ ਬੰਦਾ ਬਹੁਤ ਬੁਰਾ ਹੈ, ਮੈਂ ਕਿਉਂ ਇਸ ਦਾ ਖਾਣਾ ਤਿਆਰ ਕਰਨਾ ਸੀ। ਉਹ ਜਲਦੀ ਦੇਣੇ ਵੀ ਮੈਂ ਕਰਕੇ ਹੁਣ ਛੇਤੀ ਇਹਨੂੰ ਤੋਰਾਂ। ਬੈਠਾ ਬੈਠਾ ਕਹਿਣ ਲੱਗਿਆ ਕਿ ਤੇਰੇ ਕਈ ਲੜਕੇ ਹੈ? ਉਹ ਕਹਿੰਦੀ ਭਾਈ ਇੱਕ ਹੈ। ਉਹ ਕਿੱਥੇ ਕੀ ਕੰਮ ਕਰਦਾ ਹੈ? ਕਹਿੰਦੀ ਨੌਕਰ ਗਿਆ। ਜੇ ਭਲਾ ਕਿ ਉਹ ਉਧਰ ਮਰ ਜਾਵੇ ਫਿਰ ਤੂੰ ਕੀ ਕਰੇ? ਉਹ ਕਹਿਣ ਲੱਗੀ ਵੇ ਭਾਈ ਤੂੰ ਠੀਕ ਬੋਲ, ਤੈਨੂੰ ਹੋਸ਼ ਹੈ, ਤੂੰ ਪਾਗਲ ਤਾਂ ਨਹੀਂ। ਫਿਰ ਵੀ ਉਹਨੇ ਸੋਚਿਆ ਵੀ ਚਲੋ ਮੈਂ ਜਲਦੀ ਜਲਦੀ ਇਹਨੂੰ ਆਖ ਜੋ ਬੈਠੀ ਆ, ਖਾਣਾ ਤਿਆਰ ਕਰਕੇ ਤੋਰਾਂ। ਉਹ ਕਹਿਣ ਲੱਗਿਆ ਹੋਰ ਕੋਈ ਬੰਦਾ ਘਰ 'ਚ ਨਹੀਂ ਦੀਦਾ, ਤੇਰਾ ਪਤੀ? ਉਹ ਕਹਿੰਦੀ ਭਾਈ ਉਹ ਵੀ ਸਰਵਿਸ ਕਰਨ ਵਾਸਤੇ ਗਿਆ, ਜੇ ਕਿ ਉਹ ਮਰ ਜਾਵੇ ਫਿਰ ਤੂੰ ਕੀ ਕਰੇਂਗੀ? ਉਹਨੇ ਕਹਿੰਦਾ ਵੀ ਆਟੇ ਦੇ ਵਿੱਚ ਪਾਣੀ ਪਾਇਆ ਹੋਇਆ ਸੀ, ਅਜੇ ਗੁੱਝਿਆ ਨਹੀਂ ਸੀ। ਉਹਨੇ ਜਲਦੀ ਨਾਲ ਮੇਰੇ ਪੱਲੇ 'ਚ ਪਾ ਕੇ ਦੋ ਪਿੱਛੇ ਮੇਰੇ ਥਾਪੇ ਮਾਰ ਦਿੱਤੇ। ਇਸ ਵਾਸਤੇ ਹੁਣ ਮੈਂ ਝੁਰਦਾ ਜਾਂਦਾ ਹੈ, ਰੋਂਦਾ ਜਾਂਦਾ ਹੈ ਕਿ ਇਹ ਮੇਰੀ ਜਵਾਨ ਦਾ ਰਸ ਚੋਂਦਾ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਉਹ ਬੰਦਾ ਜਿਹੜਾ ਵਪਾਰ ਕਰਨ ਗਿਆ ਸੀਗਾ ਉਹ ਘਰੋਂ ਸਿਆਣਾ ਸੀ, ਸਿਆਣਾ ਬੰਦਾ ਹੀ ਵਪਾਰ ਕਰਦਾ ਹੈ, ਲੇਕਿਨ ਬੋਲੀ ਦੇ ਵਿੱਚ ਰਸ ਨਹੀਂ ਸੀਗਾ। ਇਸ ਵਾਸਤੇ ਉਹ ਜਿਸ ਘਰੇ ਵੜਿਆ ਉਸ ਮਾਤਾ ਦਾ ਵੀ ਦਿਲ ਦੁਖਾਇਆ, ਆਪ ਦਾ ਵੀ ਉਸਨੇ ਦਿਲ ਦੁਖਾਇਆ।
ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਆਪ ਕਹਿੰਦੇ ਹੈ ਫਿੱਕਾ ਬੋਲਣ ਵਾਲੇ ਨੂੰ ਲੋਕ ਮੂਰਖ ਕਹਿੰਦੇ ਹੈ, ਉਹ ਜੁੱਤੀਆਂ ਦੀ ਮਾਰ ਵੀ ਕਦੇ ਕਦੇ ਖਾ ਲੈਂਦਾ ਹੈ। ਮਹੱਲਾ ਪਹਿਲਾ। ਅੰਦਰੋਂ ਝੂਠੇ ਪੈਜ ਬਾਰ ਦੁਨੀਆ ਅੰਦਰ ਫੈਲ। ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਉਹਨਾਂ ਲੋਕਾਂ ਦਾ ਜ਼ਿਕਰ ਕਰਦੇ ਹੈ ਜਿਹੜੇ ਅੰਦਰੋਂ ਤਾਂ ਝੂਠੇ ਹਨ, ਪਰਮਾਤਮਾ ਨਾਲ ਨਿਉ ਨਹੀਂ ਲੱਗਿਆ, ਅੰਦਰ ਉਤਨੀ ਭਲਾਈ ਨਹੀਂ ਜਿੰਨੀ ਕਿ ਉਹ ਬਾਹਰ ਲੋਕਾਂ ਦੇ ਵਿੱਚ ਜ਼ਾਹਰ ਕਰਦੇ ਹੈ, ਔਰ ਪਾਰਟੀ ਦੇ ਜ਼ਰੀਏ ਆਪਣਾ ਲਿਫਾਫਾ ਬਣਾਈ ਬੈਠੇ ਹੈ। ਆਪ ਕਹਿਣ ਲੱਗੇ ਦੁਨੀਆ 'ਚ ਸ਼ੋਭਾ ਬਣਾਈ ਬੈਠੇ ਹੈ, ਲੇਕਿਨ ਗੁਰੂ ਨਾਨਕ ਕਹਿੰਦੇ ਹੈ ਅਸੀਂ ਆਪਣੇ ਆਪ ਨੂੰ ਧੋਖਾ ਦੇ ਸਕਦੇ ਹਾਂ, ਦੁਨੀਆ ਨੂੰ ਵੀ ਦੇ ਸਕਦੇ ਹਾਂ, ਲੇਕਿਨ ਉਹ ਪਰਮਾਤਮਾ ਜਿਹੜਾ ਸਾਡੇ ਅੰਦਰ ਬੈਠਾ ਹੈ ਉਹ ਅੱਜ ਤਾਈਂ ਕਿਸੇ ਦੇ ਧੋਖੇ ਵਿੱਚ ਨਹੀਂ ਆਉਂਦਾਗਾ। ਉਹ ਅੰਦਰ ਬੈਠਾ ਸਭ ਕੁਝ ਦੇਖਦਾ ਹੈ, ਜੈਸਾ ਕੋਈ ਅੰਦਰੋਂ ਹੈ ਉਹਨੂੰ ਵੀ ਉਹ ਜਾਣਦਾ ਹੈ। ਆਪ ਕਹਿਣ ਲੱਗੇ ਉਹ ਸਭ ਦਾ ਦੇਖ ਰਿਹਾ ਹੈ, ਜੈਸੀ ਵੀ ਕੋਈ ਚਾਕਰੀ ਕਰਦਾ ਹੈ ਉਸਾ ਹੀ ਉਸਨੂੰ ਉਹ ਮਜ਼ਦੂਰੀ ਦੇ ਰਿਹਾ ਹੈ, ਲੇਕਿਨ ਅਸੀਂ ਜੋ ਕੁਝ ਅੰਦਰੋਂ ਹੈ ਬਾਹਰੋਂ ਕੁਝ ਹੋਰ ਦੱਸ ਰਹੇ ਹਾਂ। 68 ਤੀਰਥ ਜੇ ਨਾਵੈ ਉਤਰੈ ਨਾਹੀ ਮੈਲ। ਹਿੰਦੁਸਤਾਨ ਦੇ ਅੰਦਰ 68 ਤੀਰਥਾਂ ਦੀ ਬੜੀ ਮਹਾਨਤਾ ਹੈ। ਆਮ ਤੌਰ ਦੇ ਉੱਤੇ ਲੋਕ ਇਹਨਾਂ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਹੈ, ਜਦ ਕੋਲੇ ਪੈਸਾ ਜਮ੍ਹਾਂ ਹੋ ਜਾਂਦਾ ਹੈ ਉਹ ਕਹਿੰਦੇ ਹੈ ਅਸੀਂ ਉਹ ਤੀਰਥ ਤੇ ਵੀ ਨਾਤੇ, ਉਸ ਤੇ ਵੀ ਨਾਤੇ, ਸਾਡੇ ਪਾਪ ਲੈ ਗਏ ਹੈ। ਲੇਕਿਨ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਜਿਹੜੇ ਇਹ ਕਹਿੰਦੇ ਆ ਸਾਡੇ ਪਾਪ ਲੈ ਗਏ ਹੈ ਉਹ ਤਾਂ ਹੋਰ ਚੜਾ ਕੇ ਆ ਜਾਂਦੇ ਹੈ। ਗੁਰੂ ਨਾਨਕ ਨੇ ਜਦ ਇਹ ਆਵਾਜ਼ ਉਠਾਈ ਕਿ ਜੋ ਪਾਣੀ ਹੈ ਇਹ ਬਦਨ ਦੀ ਮੈਲ ਲਾ ਸਕਦਾ ਹੈ, ਆਤਮਾ ਦੀ ਮੈਲ ਨਾਮ ਲਾ ਸਕਦਾ ਹੈ, ਲੋਕਾਂ ਨੇ ਮੁਖਾਲਫਤ ਕੀਤੀ, ਕਰਾਈਆ ਕਿਹਾ। ਆਖਰ ਇੱਕ ਦਫਾ ਐਸੇ ਲੋਕ ਆ ਕੇ ਤੀਰਥਾਂ ਦੀ ਮਹਿਮਾ ਗਾਉਣ ਲੱਗੇ ਕਿ ਆਓ ਤੁਹਾਨੂੰ ਵੀ ਲੈ ਚੱਲੀਏ। ਹੁਣ ਸੰਤਾਂ ਦੀ ਹਰ ਬਾਤ ਦੇ ਵਿੱਚ ਰਾਜ ਹੁੰਦਾ ਹੈ। ਉਹ ਆਪ ਤਾਂ ਗਏ ਨਾ, ਇੱਕ ਕੜਵੀ ਤੂੰਬੀ ਆਪਣੇ ਖੇਤ ਦੇ ਵਿੱਚੋਂ ਤੋੜ ਕੇ ਉਹਨਾਂ ਨੂੰ ਦੇ ਦਿੱਤੀ ਕਿ ਜੇ ਸਾਨੂੰ ਤਾਂ ਟਾਈਮ ਨਹੀਂਗਾ, ਆ ਤੁਸੀਂ ਸਾਡੀ ਤੂੰਬੀ ਨੂੰ ਇਸ਼ਨਾਨ ਕਰਾ ਲਿਆਇਓ, ਇਸੇ ਦੀ ਤੁਹਾਨੂੰ ਅਸੀਂ ਸਬਜ਼ੀ ਫਿਰ ਖਵਾਵਾਂਗੇ। ਜਦ ਵਾਪਸ ਆਏ ਉਹਨਾਂ ਨੇ ਉਸੇ ਤਰ੍ਹਾਂ ਕੀਤਾ। ਜਦੋਂ ਵਾਪਸ ਆਏ ਉਸੇ ਤੂੰਬੀ ਨੂੰ ਕੱਟ ਕੇ ਉਹਨਾਂ ਨੇ ਸਬਜ਼ੀ ਬਣਾਈ ਬੜੇ ਪ੍ਰੇਮ ਪਿਆਰ ਦੇ ਨਾਲ, ਲੇਕਿਨ ਜਦੋਂ ਸਾਰਿਆਂ ਨੂੰ ਵਰਤਾਈ ਸਭ ਨੇ ਥੁੱਕ ਦਿੱਤਾ ਕਿ ਇਹ ਤਾਂ ਬੜੀ ਕੜਵੀ ਹੈ, ਇਹਦੀ ਸਬਜ਼ੀ ਠੀਕ ਨਹੀਂ। ਉਹ ਕਹਿਣ ਲੱਗੇ ਮੁਖਾਤਬ ਕਰਕੇ ਵੀ ਦੇਖੋ ਪਿਆਰਿਓ, ਕੀ ਤੁਸੀਂ ਇਹਨੂੰ ਇਸ਼ਨਾਨ ਨਹੀਂ ਕਰਾਇਆ? ਉਹ ਕਹਿੰਦੇ ਜੀ ਪਹਿਲਾਂ ਇਹਨੂੰ ਕਰਾਉਂਦੇ ਸਾਂ। ਉਹਨਾਂ ਨੇ ਸ਼ਬਦ ਉਚਾਰਿਆ ਕਿ ਦੇਖੋ ਪਿਆਰਿਓ, ਇਹਦੇ ਅੰਦਰ ਤਾਂ ਸਿਰਫ ਇੱਕ ਗੁੱਦੇ ਬੀਜਾਂ ਦੀ ਹੀ ਜ਼ਹਿਰ ਹੈ। ਜਦ ਇਹ ਬਾਹਰੋਂ ਧੋਣ ਨਾਲ ਇਹਦੀ ਕੁੜਤ ਨੇ ਬੀਜਾਂ ਦੀ ਨਹੀਂ ਗਈ, ਇਹ ਦੇਹ ਵੀ ਇੱਕ ਤੂੰਬੜੀ ਹੈ, ਇਹਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਜ਼ਹਿਰ ਹੈ। ਇਹ ਕਿਸ ਤਰ੍ਹਾਂ ਪਾਣੀ ਨਾਲ ਜਾ ਸਕਦੀ ਹੈ? ਤੁਸੀਂ ਪਿੰਡਾ ਧੋ ਕੇ ਆ ਗਏ ਹੋ। ਇਸ ਵਾਸਤੇ ਆਪ ਕਹਿਣ ਲੱਗੇ ਹੈ ਜੇ ਤੁਸੀਂ ਪਾਪਾਂ ਦੀ ਮੈਲ ਲਾਉਣੀ ਹੈ, ਆਤਮਾ ਨੂੰ ਨਿਰਮਲ ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਨਾਮ ਦੀ ਕਮਾਈ ਕਰੋ, ਅੰਦਰ ਜਾਓ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭੌ ਲੱਥੀ ਨਾਤਿਆਂ, ਦੋ ਪਾ ਚੜੀ ਅਸ ਹੋਰ, ਬਾਹਰੋਂ ਧੋਤੀ ਤੂੰਬੜੀ, ਅੰਦਰ ਬਿਸਨ ਕੋਰ, ਸਾਧ ਭਲੇ ਅਣ ਨਾਤਿਆਂ, ਚੋਰ ਸੇ ਚੋਰ ਹੈ ਚੋਰ। ਕਬੀਰ ਸਾਹਿਬ ਕਹਿੰਦੇ ਆ ਪਿੰਡਾ ਪਾਣੀ ਨਾਲ ਧੋਣਾ ਤਾਂ ਕੀ ਮੁਕਤੀ ਹੋਣੀ ਸੀ। ਅਗਰ ਤੁਸੀਂ ਤੀਰਥਾਂ ਤੇ ਘਰ ਪਾ ਲਓ, ਰੋਜ਼ ਉਹਦਾ ਪਾਣੀ ਵੀ ਪੀਣਾ ਸ਼ੁਰੂ ਕਰ ਦਿਓ, ਤਦ ਵੀ ਨਾਮ ਤੋਂ ਬਗੈਰ ਮੁਕਤੀ ਨਹੀਂ। ਆਪ ਕਹਿੰਦੇ ਆ ਗੰਗਾ ਤੀਰ ਜੇ ਘਰ ਕਰੇ, ਪੀਵੇ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਥ ਰਹੇ ਕਬੀਰ। ਕਬੀਰ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਹੈ ਕਿ ਤੁਸੀਂ ਉਸ ਪਾਣੀ ਦੇ ਉੱਪਰ ਦੇਖੋ ਕਿਤਨੇ ਜੀਵ ਹੈ ਬੜੇ ਛੋਟੇ, ਅਗਰ ਉਹ ਮੁਕਤ ਨਹੀਂ ਹੁੰਦੇ ਇਨਸਾਨ ਕਿਸ ਤਰ੍ਹਾਂ ਹੋ ਸਕਦਾ ਹੈ? ਉਹ ਤਾਂ ਰੋਜ਼ ਹੀ ਖਾਂਦੇ ਪੀਂਦੇ ਉੱਥੇ ਹੈ। ਆਪ ਕਹਿੰਦੇ ਆ
के तीर्थ नात्या जे गत होवै, नित नित मैंडक नावै, जैसे मैंडक तैसे ओ नर, फिर जोनी आवै। जिन पट अंदर बाहर गुदड़, ते पले संसार। कौन संसार विच शोभा पाउंदे है, कौन परमात्मा दे दरबार विच जाके शोभा पाउंदे है, जिन्हां दा दिल साफ है, अंदर साफ है, बाहरों बेशक वो दुनिया विच घट बोलण जाणदे है। तिन नेहु लगा रब सेती, देखने विचार। ऐसे मालक दे प्यारिਆਂ ਦਾ ਉਸ परमात्मा दे नाल जोड़ होया हुंदा है, ਜਿਹੜੇ ਵਿਖਾਵੇ ਦੀ ਭਗਤੀ नहीं ਕਰਦੇਗੇ और ਵਿਖਾਵੇ ਦਾ ज्यादा अडंबर बाहर नहीं रचदेगे। कबीर साहब कहते हैं, सोई अजान कहे मैं जाना, जानना हारना शाना रे। आप कहने लगे वो अनजान है जेड़ा कहता है मैं परमात्मा नू पाया है, और जेड़ा परमात्मा नू पा लेंदा है वो दुनिया च शाना नहीं रहिंदागा। वो बिना बोलिया ही उहदे विचों प्रेमी उस मालक नू लभ लेंदे है। रंग सह रंग रोवै, चुप पी कर जाए। कहंदे ऐसा महात्मा मालक दी मौज ही हसदा है, मालक दी मौज विच ही रोंदा है, उहदी मौज दे विच ही वो चुप भी कर बैठदा है। परवाह नहीं के सकेरी, बाज सचे नाए। आप कहने लगे वो परमात्मा नू पाके दुनिया दा सेवक नहीं रहिंदा, और ना वो काम तो डरदा है, ना क्रोध तो डरदा है, ना लोभ मोह हंकार तो डरदा है, क्योंकि असी इन्हां नू वेख के ही इन्हां दा हुक्म मनदे हैं, क्योंकि उहदे अंदर नाम प्रगट हो गया है। दरवाट ऊपर खर्च मंगा, जब देता खाए। वो मालक दे दरवाजे ते जाके की मंगदा है, कोई दुनिया दा समान नहीं मंगदा, दुनिया दी धन दौलत या मन वडेई नहीं मंगदागा। वो भगती रूपी खर्च मंगदा है और दर्शन मंगदा है, दीदार परमात्मा दा मंगदा है। दीवान एको कालम एका, हम तुम मेल। धर ले लेखा पीड़ छूटे, नानका ज्यों तेल। आप कहने लगे उस नू ये पता हुंदा है कि इस दरबार दे विच परमात्मा दे विच इसे दा ही हुक्म चलदा है, इसे दी कलम चलदी है, और असी उस परमात्मा नू छड्ड के दुनियादार लोग मैं तू दे नाल, दुनिया दे नाल, बच्चों नाल और दुनिया नाल मुहब्बत पाउने हैं। वो खुद लेखा लैंदा है, जैसा जैसा असी कर्म कमा के जाने हैं, उस वेले लेखा देण वेले कर्मां दे मुताबक सानू इस तरह की पीड़ छुटदी है, जिस तरह कोलू दे अंदर तेल पीड़न वेले तिलां नूं हुंदी है। गुरु अर्जन देव जी महाराज कहंदे है, कर्म करीम न जानो करता, तिल पीड़े ज्यों कहानियां। पौड़ी आपे ही करना कियो, कल आपे ही तै तारिए। हुण महात्मा गुरमुख उस परमात्मा की महिमा गाउंदे है, ये संसार तैं खुद ही रचिया है, आप ही अपनी शक्ति द्वारा इन्हां नूं चला रहा है, और तेरी ही शक्ति इहदे विच कम कर रही है। देख कीता आप
ਕੱਚੀ ਪੱਕੀ ਸਾਰੀਐ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਤਮਾ ਨੂੰ ਕਹਿੰਦੇ ਹੈ, ਤੂੰ ਆਪ ਦੇਖਦਾ ਹੈ ਕਿਹੜੀ ਨਰਦ ਕੱਚੀ ਹੈ, ਕਿਹੜੀ ਪੱਕੀ ਹੈ, ਔਰ ਕਿਸ ਨੂੰ ਕਦ ਲਿਜਾਣਾ ਹੈ, ਕਦ ਭੇਜਣਾ ਹੈ। ਜੋ ਆਇਆ ਸੋ ਚਾਲਸੀ, ਸਭ ਕੋਈ ਆਈ ਵਾਰੀ ਹੈ। ਹੁਣ ਆਪ ਕਹਿੰਦੇ ਆ, ਹੇ ਪਰਮਾਤਮਾ, ਜੋ ਸੰਸਾਰ ਵਿੱਚ ਆਉਂਦਾ ਹੈ ਇੱਥੇ ਸਦਾ ਕਿਸੇ ਨੇ ਨਹੀਂ ਰਹਿਣਾਗਾ। ਆਪੋ ਆਪਣੀ ਵਾਰੀ ਦੇ ਮੁਤਾਬਕ ਅਸੀਂ ਆਉਨੇ ਆ ਸੰਸਾਰ ਵਿੱਚ, ਔਰ ਵਾਰੀ ਆਉਣ ਤੇ ਅਸੀਂ ਚਲੇ ਜਾਂਦੇ ਹਾਂ। ਜੋ ਉਪਜਿਆ ਸੋ ਬਿਨਸ ਹੈ, ਪਰਿਓ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਰਾਮ ਗਿਓ ਰਾਵਨ ਗਿਓ, ਜਾਂ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਫਰੀਦ ਸਾਹਿਬ ਨੇ ਕਿਹਾ ਸੀਗਾ ਕਿ ਖੇਂਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ, ਚੱਲੇ ਮਸੈਕ ਸੇਖ। ਕਹਿਣ ਲੱਗੇ ਅਸੀਂ ਦੁਨੀਆ ਦੇ ਚੀਜ਼ਾਂ ਨੂੰ ਟੁੱਟ ਜਾਂਦੀਆਂ ਹਨ, ਕੱਪੜੇ ਫੜ ਜਾਂਦੇ ਆ, ਮੇਖਾਂ ਗੰਢ ਲਾ ਲੈਂਦੇ ਹਾਂ, ਲੇਕਿਨ ਜਿੰਦ ਨੂੰ ਅਸੀਂ ਕੋਈ ਮੇਖ ਟਾਕੀ ਨਹੀਂ ਲਾ ਸਕਦੇਗੇ। ਵਾਰੀ ਆਪੋ ਆਪਣੀ, ਚੱਲੇ ਮਸੈਕ ਸੇਖ। ਸਾਡਾ ਵੀ ਫਰਜ਼ ਬਣਦਾ ਹੈ ਕਿ ਜਿਤਨੇ ਉਹ ਮਹਾਨ ਮਹਾਤਮਾ ਪਵਿੱਤਰ ਹੁੰਦੇ ਹੈ, ਮਨ ਇੰਦਰੀਆਂ ਦੇ ਘਾਟ ਤੋਂ ਉਹ ਉੱਪਰ ਉੱਠੇ ਹੁੰਦੇ ਹੈ, ਅਸੀਂ ਵੀ ਮਨ ਇੰਦਰੀਆਂ ਦੇ ਘਾਟ ਤੋਂ ਉੱਪਰ ਜਾਈਏ। ਜੋ ਚੀਜ਼ ਸੰਤਾਂ ਦੇ ਅੰਦਰ ਜੋ ਤਾਕਤ ਕੰਮ ਕਰਦੀ ਹੈ ਸ਼ਬਦ ਦੀ, ਉਸ ਦੇ ਨਾਲ ਜੁੜ ਜਾਈਏ, ਉਸ ਨੂੰ ਪ੍ਰਗਟ ਕਰ ਲਈਏ।